ਲਈ ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी, प्राइम एशिया टीवी ते स्वागत है तुहाडा सारिਆਂ ਦਾ प्रोग्राम चाय दा विचार लैके ਅਸੀਂ ਹਾਜ਼ਰ ਹੋ ਗਏ ਹਾਂ। मैं हाँ हरमन थिंद, मेरे नाल ने हर रोज की तरह स्परन सिंह टैना जी। सत श्री अकाल टैना, सत श्री अकाल जी। किवें हो जी? मैं बिल्कुल ठीक, चढ़दी कला। टैना साहब किवें दा महसूस कर रहे हो? धुप धप चढ़ी हुई है। आई फील गुड, नाइस वेदर, फैंटास्टिक, ऑसम एंड फैंटास्टिक, यस, टू मच गुड। सही जा रहे हो टैना साहब, 9 मिनटां दे नेड़े पहुंच चले हो बस। तो पक्का पहुंच। मैंने जकर बिंदी टिप्पी सिहारी बिहारी दी लोड़ पई इंग्लिश च नहीं हुंदी, मैं अपनी मां बोली दी गल करूंगा। अच्छा बिल्कुल मैं शौदी गल करूंगा, बिल्कुल करनी चाहिए। जे किते लोड़ पई तां मैनू दस्सिओ, मैं ਤੁਹਾਨੂੰ ਵੀ ਸਮਝਾ ਦੂੰਗਾ। ਵਾਹ ਵਾਹ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਬਾਕੀ ਆਪਾਂ ਹੁਣ ਚਾਹਦੇ ਵਿਚਾਰੇ ਇੱਥੋਂ ਦੇ ਮੌਸਮ ਦੀ ਹਾਲ ਬਿਆਨੀ ਕਰੀਏ ਕਿ ਪੰਜਾਬ ਵਾਲੇ ਦੀ ਕਰੀਏ? ਆਪਾਂ ਪੰਜਾਬ ਦੀ ਗੱਲ ਕਰਦੇ ਆਂ। ਅਸੀਂ ਕੱਲ ਵੀ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਤੁਹਾਡੇ ਪ੍ਰੋਗਰਾਮ ਦੇ ਵਿੱਚ, ਕਿ ਭਾਈ ਪੰਜਾਬ ਦੇ ਵਿੱਚ ਧੁੰਦ ਲੋੜਿਆਂ ਦੀ ਆ ਤੇ ਪੰਜਾਬ ਦੇ ਵਿੱਚ ਧੁੰਦ ਹੁਣ ਸਿਰੇ ਦੇ ਉੱਤੇ ਹੋ ਗਈ ਆ ਤੇ ਪੰਜਾਬ ਦੇ ਵਿੱਚ ਵਿਜ਼ਿਬਿਲਟੀ ਜਿਹਨੂੰ ਅਸੀਂ ਦ੍ਰਿਸ਼ਟਤਾ ਕਹਿੰਦੇ ਆ ਉਹ ਕੁਝ ਕੁ ਫੁੱਟ ਅੱਗੇ ਤੱਕ ਵੀ ਨਹੀਂ ਦਿਸਦੀ, ਜਿਹਦੇ ਕਰਕੇ ਆਪਣੀ ਗੱਡੀ ਨੂੰ ਸੰਭਲ ਕੇ ਚਲਾਓ, ਆਪਣੀ ਜ਼ਿੰਦਗੀ ਨੂੰ ਖਤਰਾ ਨਾ ਪੈਦਾ ਕਰੋ, ਦੂਜਿਆਂ ਦੀ ਜ਼ਿੰਦਗੀ ਨੂੰ ਖਤਰਾ ਨਾ ਪੈਦਾ ਕਰੋ। ਜੋ ਕੁਝ ਹੁਣ ਤੱਕ ਵਾਪਰਿਆ ਇਸ ਧੁੰਦ ਦੇ ਕਰਕੇ ਹਾਦਸਿਆਂ ਦੇ ਰੂਪ ਦੇ ਵਿੱਚ, ਉਹਦੇ ਕੋਲੋਂ ਆਪਾਂ ਕੁਝ ਨਾ ਕੁਝ ਸਿੱਖੀਏ। ਜੀ ਬਿਲਕੁਲ ਸਹੀ। ਤੇ ਟਾਣਾ ਸਾਹਿਬ ਹੁਣ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰਦੇ, ਗੌਰ ਦੇ ਨਾਲ ਸੁਣਿਓ, ਬੜਾ ਮਹੱਤਵਪੂਰਨ ਚੱਜ ਦਾ ਵਿਚਾਰ ਆ ਕਿ ਨੀਤਾਂ ਤੇ ਦਿਲ ਸਾਫ਼ ਹੋਣਾ ਚਾਹੀਦਾ। ਨੀਤਾਂ ਤੇ ਦਿਲ ਸਾਫ਼ ਹੋਣਾ ਚਾਹੀਦਾ। ਸਟੇਟਸਾਂ ਦੇ ਉੱਤੇ ਰੱਬ ਦੇ ਭਗਤ ਬਣਨ ਨਾਲ ਕੱਖ ਨਹੀਂ ਹੁੰਦਾ। ਵਾਹ 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 ਵਾਹ, ਝੁੱਡੂ ਹੀ ਰਹਿਣਾ, ਝਾਵਾਂ ਹੀ ਰਹਿਣਾ। ਬਿਲਕੁਲ ਕਈ ਬੰਦੇ ਹੁੰਦੇ ਆ ਜਿਹੜੇ ਕਿ ਸਟੇਟਸ ਲਾਉਣਗੇ, ਉਹ ਲਿਖਣਗੇ ਜੀ ਕਿ ਮੈਂ ਏਦਾਂ ਰੱਬ ਦਾ ਭਗਤ ਹਾਂ। ਰੱਬ ਦੀ ਭਗਤਣੀ ਹੋਈ ਜਵਾਨੀ ਵਾਲੇ ਲੁੱਟੇ ਬਾਣੀਏ, ਉਹ ਸੀ ਨਾ ਕਰੰਗਾ ਸਿੰਘ ਮਾਨ ਦਾ ਗਾਣਾ। ਸੋ ਏਦਾਂ ਦੀਆਂ ਭਾਵਨਾਵਾਂ ਹੁੰਦੀਆਂ, ਪਰ ਗੱਲ ਇਹ ਅਸਲ ਦੇ ਵਿੱਚ ਕਿ ਜਿਹੜਾ ਬੰਦਾ ਸੁਹਿਰਦ ਨਹੀਂ, ਜਿਹੜਾ ਬੰਦਾ ਸੋਚ ਸਮਝ ਕੇ ਚੱਲਦਾ ਨਹੀਂ, ਜਿਹੜਾ ਬੰਦਾ ਮਿਹਨਤੀ ਨਹੀਂ, ਜਿਹੜੇ ਬੰਦੇ ਨੂੰ ਜੀਵਨ ਦੀ ਜਾਂਚ ਨਹੀਂ, ਉਹ ਭਾਵੇਂ ਜਿੰਨੇ ਮਰਜ਼ੀ ਸਟੇਟਸ ਥੱਪੀ ਜਾਵੇ ਕੁਝ ਨਹੀਂ ਹੁੰਦਾਗਾ। ਰੱਬ ਸਾਨੂੰ ਬਹੁਤ ਕੁਝ ਸਮਝਾਉਂਦਾ ਜੀ, ਪਰਮਾਤਮਾ ਨੇ ਸਾਨੂੰ ਬਹੁਤ ਕੁਝ ਸਮਝਾਇਆ, ਉਹਦੇ ਉੱਤੇ ਕੱਲੀ ਕੱਲੀ ਗੱਲ ਦੇ ਉੱਤੇ ਅਮਲ ਕਰਨਾ ਚਾਹੀਦਾ। ਗੁਰਬਾਣੀ ਸਾਨੂੰ ਕੀ ਕਹਿੰਦੀ ਹੈ? ਕਿਛ ਸੁਣੀਏ ਕਿਛ ਕਹੀਏ, ਅਸੀਂ ਤਾਂ ਸੁਣਦੇ ਹੀ ਨਹੀਂ, ਤਫਾ ਫਫਾ ਪਫਾ 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 ਕਰੀ ਜਾਂਦੇ ਆ ਤੇ ਫਿਰ ਸਾਨੂੰ ਪੁੱਛਦਾ ਵੀ ਕੋਈ ਨਹੀਂ। ਜਾਂ ਤਾਂ ਹੋਵੇ ਵੀ ਜਦੋਂ ਅਸੀਂ ਬਹੁਤ ਬੋਲਦੇ ਆ ਸਾਨੂੰ ਕੋਈ ਪੁੱਛਦਾ ਹੋਵੇ, ਸਾਨੂੰ ਪੁੱਛਦਾ ਕੋਈ ਨਹੀਂ, ਲਾਂਗੜ ਚੱਕਦੇ ਆ ਇਹਨੂੰ, ਲਾਂਗੜ ਚੱਕਦੇ ਆ ਇਹਨੂੰ, ਐ ਨਹੀਂ ਗੱਲਾਂ ਹੁੰਦੀਆਂ। ਬਿਲਕੁਲ ਸਹੀ ਹੈ, ਸੱਚ ਦੇ ਨੇੜੇ ਰਹਿਣਾ ਚਾਹੀਦਾ। ਸੱਚ ਨੂੰ ਵੈਸੇ ਵੀ ਕਦੇ ਉੱਚੀ ਬੋਲ ਕੇ ਨਹੀਂ ਦੱਸਿਆ ਜਾਂਦਾ, ਸੱਚ ਆਪਣੇ ਆਪ ਬੋਲਦਾ। ਸੋ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਕਹਿੰਦੇ ਨਿਮਰਤਾ ਹੀ ਤੁਹਾਨੂੰ ਦੁਨੀਆ ਦੇ ਵਿੱਚ ਸਭ ਤੋਂ ਖੂਬਸੂਰਤ ਇਨਸਾਨ ਬਣਾਉਂਦੀ ਹੈ। ਨਿਮਰਤਾ ਹੀ ਦੁਨੀਆ ਦੇ ਵਿੱਚ ਤੁਹਾਨੂੰ ਸਭ ਤੋਂ ਖੂਬਸੂਰਤ ਇਨਸਾਨ ਬਣਾਉਂਦੀ ਹੈ। ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੋ ਜਿਹੇ ਦਿਖਦੇ ਹੋ। ਵਾਹ ਵਾਹ, ਬਹੁਤ ਖੂਬ, ਸ਼ੁਕਰੀਆ, ਬਹੁਤ ਹੀ ਵਧੀਆ। ਨਿਮਰਤਾ ਹੀ ਤੁਹਾਨੂੰ ਖੂਬਸੂਰਤ ਇਨਸਾਨ ਬਣਾਉਂਦੀ ਆ। ਫਰਕ ਨਹੀਂ ਪੈਂਦਾ ਵੀ ਤੁਸੀਂ ਰਹਿੰਦੇ ਕਿਵੇਂ ਆ, ਤੁਸੀਂ ਦਿਖਦੇ ਕਿਹੋ ਜਿਹੇ, ਦਿਸਦੇ ਕਿਹੋ ਜਿਹੇ ਆ, ਰਹਿੰਦੇ ਕਿਵੇਂ ਆ, ਬਾਕੀ ਸਭ ਕੁਝ ਠੀਕ ਆ, ਆਲ ਗੁੱਡ ਜੀ, ਬਿਲਕੁਲ ਆਲ ਗੁੱਡ। ਸੋ ਟਾਣਾ ਸਾਹਿਬ ਹੁਣ ਆਪਾਂ ਪੰਜਾਬ ਦੀ ਗੱਲ ਕਰ ਲਈਏ, ਦੇਸ਼ ਦੁਨੀਆ ਦੀ ਗੱਲ ਕਰ ਲਈਏ ਵੀ ਕਿੱਥੇ ਕਿੱਥੇ ਕੀ ਵਾਪਰਿਆ। ਤੇ ਬੜੇ ਦਿਨਾਂ ਬਾਅਦ ਇੱਕ ਚਿਹਰਾ ਨਜ਼ਰ ਆਇਆ। ਕਿਹੜਾ? ਜਿਸ ਚਿਹਰੇ ਨੂੰ ਲੋਕ ਕਦੋਂ ਦੇ ਉਡੀਕ ਰਹੇ ਸੀ, ਪਿਛਲੇ ਦਿਨੀ ਉਹ ਚਿਹਰਾ ਇੱਕਦਮ ਦੁਬਾਰਾ ਤੋਂ ਨਜ਼ਰ ਆਇਆ ਹੈ ਤੇ ਫਿਰ ਤੋਂ ਕੰਨਾਂ ਦੇ ਵਿੱਚ ਉਹੀ ਆਵਾਜ਼ ਪਈ ਹੈ। ਕਿਆ ਗੱਲ ਕਰਦੇ ਹੋ ਯਾਰ, ਮੈਂ ਆ ਵੀ ਨਹੀਂ ਸਕਦਾ, ਹੱਦ ਹੋ ਗਈ। ਕਿਆ ਗੱਲ ਕਰਦੇ ਹੋ, ਮੈਂ ਹੁਣ ਯਾਤਰਾ 'ਚ ਵੀ ਨਹੀਂ ਜਾ ਸਕਦਾ। ਦੇਖੋ ਬਾਕੀ ਗੱਲਾਂ ਦੀਆਂ ਗੱਲਾਂ ਟਾਣਾ ਸਾਹਿਬ, ਕਿਹਦੀ ਕਿਹੜੀ ਪਾਰਟੀ ਹੈ, ਕਿਹੜਾ ਇਨਸਾਨ ਕਿਵੇਂ ਹੈ ਕਿਵੇਂ ਨਹੀਂ ਹੈ, ਸਾਰੀਆਂ ਗੱਲਾਂ ਪਿੱਛੇ ਨੇ, ਹਨਾ, ਪਰ ਰੌਣਕ ਪੂਰੀ ਲਾਈ ਚੱਲੀ ਸਾਹਿਬ। ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਕੁ ਚਿਹਰੇ ਇਹੋ ਜਿਹੇ ਆ ਜਿਨ੍ਹਾਂ ਦਾ ਜੇਕਰ ਜ਼ਿਕਰ ਨਾ ਕੀਤਾ ਜਾਵੇ ਤਾਂ ਰਾਜਨੀਤੀ ਰੁੱਖੀ ਜੀ ਲੱਗਦੀ ਆ, ਰਾਜਨੀਤੀ ਸੁੰਨੀ ਜੀ ਲੱਗਦੀ ਆ। ਉਹਦੇ ਵਿੱਚ ਭਾਵੇਂ ਨਵਜੋਤ ਸਿੰਘ ਸਿੱਧੂ ਆ, ਭਾਵੇਂ ਸੁਖਬੀਰ ਸਿੰਘ ਬਾਦਲ ਹੋਰੀ ਨੇ, ਭਾਵੇਂ ਚਰਨਜੀਤ ਸਿੰਘ ਚੰਨੀ ਹੋਰੀ ਨੇ, ਹੁਣ ਭਗਵੰਤ ਮਾਨ ਹੋਰੀ ਨੇ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਜੇਕਰ ਇਹਨਾਂ ਨੂੰ ਆਪਾਂ ਰਾਜਨੀਤੀ ਦੇ ਵਿੱਚੋਂ ਮਨਫੀ ਕਰ ਦਈਏ, ਕੈਪਟਨ ਅਮਰਿੰਦਰ ਸਿੰਘ ਨੇ, ਕੋਈ ਹਾਰਿਆ ਹੋਵੇ ਜਿੱਤਿਆ ਹੋਵੇ, ਮੈਂ ਉਹਦੀ ਗੱਲ ਨਹੀਂ ਕਰਦਾ, ਉਹ ਪਰ ਜੇਕਰ ਇਹਨਾਂ ਦਾ ਜ਼ਿਕਰ ਨਾ ਕਰੀਏ ਤਾਂ ਇਉਂ ਲੱਗਦਾ ਵੀ ਯਾਰ ਰਾਜਨੀਤੀ 'ਚ ਹੈ ਹੀ ਕੁਛ ਨਹੀਂ ਗਾ। ਹਾਂ ਬਿਲਕੁਲ ਸਹੀ ਕਹਿ ਰਹੇ ਹੋ। ਸੋ ਇਸ ਲਈ ਫਿਰ ਤੋਂ ਰੌਣਕ ਪਰਤ ਆਈ। ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਆ ਗਏ ਆ, ਉਹ ਕਹਿੰਦੇ ਪਟਾਕਾ ਪਾ ਕੇ ਛੱਡੂ ਹੁਣ ਮੈਂ, ਕੋਕੇ ਜੜ ਦੇਣੇ ਕਹਿੰਦੇ। ਐਵੇਂ ਨਾ ਕਿਉਂ ਪੈਂਦਾ ਕੱਸਦੇ ਰਹੇ ਆ, ਐਵੇਂ ਨਾ ਕਿਉਂ ਭੰਗੜਾ ਪਾਉਂਦੇ ਰਹੇ ਆ, ਟੈਂਟ ਵੀ ਲਾਉਂਦੇ ਰਹੇ ਆ। ਕਿਆ ਗੱਲ ਕਰਦੇ ਯਾਰ, ਮੈਂ ਸਕੂਟਰ ਤੇ ਜਾਂਦਾ ਹੁੰਦਾ ਸੀ, ਉਹ ਕਹਿੰਦੇ ਮੈਂ ਐਸੇ ਕੋਕੇ ਜੜੂ ਵੀ ਪੁੱਛੋਗੇ ਕਿ ਭਾਈ ਆ ਕੀ ਬਣ ਗਿਆ। ਹੁਣ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਫੇਰ ਆ ਗਏ ਆ। ਕਈ ਮਹੀਨੇ ਪੰਜਾਬ ਦੇ ਵਿੱਚੋਂ ਦੂਰ ਰਹਿਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰੀ ਪੰਜਾਬ ਦੇ ਵਿੱਚ ਵਾਪਸ ਮੁੜੇ ਆ। ਵਿਦੇਸ਼ ਦੇ ਵਿੱਚੋਂ ਜਦੋਂ ਗਏ ਹਾਰਨ ਤੋਂ ਬਾਅਦ, ਤੇ ਫਿਰ ਕਈਆਂ ਨੇ ਗੱਲ ਕਹੀ ਜੀ ਕਿ ਉਹ ਤਾਂ ਛੱਡ ਗਏ ਰਾਜਨੀਤੀ, ਕਿਸੇ ਨੇ ਕਿਹਾ ਉਹ ਛੱਡ ਗਏ ਕਾਂਗਰਸ, ਕਿਸੇ ਨੇ ਕਿਹਾ ਬਿਮਾਰ ਹੋ ਗਏ, ਕਿਸੇ ਨੇ ਕਿਹਾ ਉਹ ਵਕਤ ਲੰਘਾਉਣ ਲਈ ਗਏ, ਕਿਤੇ ਔਖਾ ਵੇਲਾ ਨਾ ਬਦਲੀ ਸਰਕਾਰ ਕਰਕੇ ਆ ਜੇ। ਪਰ ਉਹ ਆ ਗਏ ਆ। ਆਉਣ ਸਾਰ ਮਿਲਿਆ ਪ੍ਰਿਯੰਕਾ ਗਾਂਧੀ ਨੂੰ, ਉਹਨਾਂ ਨੇ ਉੱਥੇ ਫੁੱਲਾਂ ਦਾ ਗੁਲਦਸਤਾ ਦਿੱਤਾ।
ਗੁਲਦਸਤਾ ਫੁੱਲਾਂ ਦੇ ਹੁੰਦਾ ਵਿੱਚ ਟੋਕਿਆ ਕਰੋ ਮੈਨੂੰ। ਅੱਛਾ ਜੀ। ਹਾਂ ਉਹ ਮਲਕਾਰ ਜੀ ਖੜਗੇ ਹੋਰਾਂ ਨੂੰ ਮਿਲੇ ਆ। ਹਾਂ। ਉਹਨਾਂ ਦੇ ਵੱਲੋਂ ਹੁਣ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਆ, ਰਾਜਸਥਾਨ ਦੇ ਵਿੱਚ ਯਾਤਰਾ 'ਚ ਸ਼ਾਮਲ ਹੋਏ ਆ। ਮੈਂ ਨਾ ਵੀ ਉਹ ਕਦੇ ਕੋਕੇ ਜੜ ਦੇਣੇ, ਤੁਸੀਂ ਮੈਨੂੰ ਐਵੇਂ ਨਾ ਕਹੋ। ਮਤਲਬ ਕੱਲੀ ਰੌਣਕ ਜਿਹੜੀ ਰਾਜਨੀਤੀ ਦੇ ਵਿੱਚ ਨਹੀਂ ਪਰਤੀ, ਹਲਚਲ ਜਿਹੜੀ ਕਾਂਗਰਸ ਦੇ ਵਿੱਚ ਵੀ ਹੋਣ ਲੱਗ ਗਈ ਹੈ। ਚਰਨਜੀਤ ਸਿੰਘ ਚੰਨੀ ਹੋਰਾਂ ਦੀ ਵਾਪਸੀ ਦੇ ਨਾਲ ਕਈ ਗੱਲਾਂ ਉੱਠਣ ਲੱਗ ਗਈਆਂ। ਕੋਈ ਕਹਿੰਦਾ ਅਹਿਮ ਜ਼ਿੰਮੇਵਾਰੀ ਮਿਲ ਜਾਂਦੀ ਹੈ ਜਾਣੀ ਹੈ, ਕੋਈ ਕਹਿੰਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੋਰੀ ਹੁਣ ਕੁਝ ਨਾ ਕੁਝ ਜ਼ਰੂਰ ਕਰਨਗੇ, ਕੋਈ ਕਹਿੰਦਾ ਜੀ ਜਿਹੜੀ ਹਾਈ ਕਮਾਨ ਹੈ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਪਰ ਮਿਹਰਬਾਨ ਜ਼ਰੂਰ ਹੋਊਗੀ। ਇਹ ਤਾਂ ਵਕਤ ਦੱਸੂਗਾ ਕੀ ਵਾਪਰਦਾ ਹੈ। ਸਮੇਂ ਨੇ ਬਿਆਨ ਕਰਨਾ ਭਾਈ, ਵੇਲੇ ਤੋਂ ਪਹਿਲਾਂ ਆਪਾਂ ਨਾ ਟੁੱਲ ਲਾਉਨੇ ਆ ਵੀ ਭਾਈ ਇਉਂ ਹੋ ਜਾਣਾ, ਆਹ ਹੋ ਜਾਣਾ। ਚੰਨੀ ਸਾਹਿਬ ਹੋਣ ਜਾਂ ਕੋਈ ਵੀ ਹੋਰ ਹੋਵੇ ਪੰਜਾਬ ਦਾ ਰਾਜਨੀਤਿਕ ਬੰਦਾ, ਉਹ ਆਪਦੇ ਪੰਜਾਬ ਦੇ ਲਈ ਉਹ ਆਪਣੇ ਹਲਕੇ ਦੇ ਲਈ ਆਪਣੇ ਲੋਕਾਂ ਦੇ ਲਈ ਇਮਾਨਦਾਰੀ ਨਾਲ ਕੰਮ ਕਰੇ ਤੇ ਲੋਕ ਦੇਰੀ ਬਾਅਦ ਸਹੀ ਲੋਕ ਮੁੱਲ ਮੋੜਦੇ। ਹੁਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਵੀ ਬਣਾਇਆ, ਇਸ ਤੋਂ ਵੱਧ ਤਾਂ ਕੁਝ ਹੋ ਨਹੀਂ ਸਕਦਾ। ਹਾਰਨਾ ਜਿੱਤਣਾ ਜ਼ਿੰਦਗੀ ਦੇ ਵਿੱਚ ਬਣਿਆ ਆਇਆ। ਜਿੱਤੇ ਹੋਏ ਬੰਦੇ ਹਾਰਦੇ ਬੜੀ ਵਾਰ ਆ, ਹਾਰੇ ਹੋਏ ਬੰਦੇ ਜਿੱਤ ਵੀ ਜਾਂਦੇ ਆ, ਪਰ ਇਹ ਕਿਹੜਾ ਘੁੰਮਦਾ ਮਿਲਣਾ 12 ਸਾਲਾਂ ਬਾਅਦ ਆਉਣਾ। ਬਿਲਕੁਲ ਸਹੀ ਆਇਆ ਲਓ। ਹਾਂ ਦੇਖਾਂਗੇ ਹੁਣ ਕੀ ਹੁੰਦਾ। ਸਹੀ ਹੁਣ ਦੇਖਦੇ ਆ ਫਿਰ ਕੀ ਹੋਏਗਾ ਟਾਣਾ ਸਾਹਿਬ। ਤੇ ਹੁਣ ਆਪਾਂ ਉਧਰ ਗੱਲ ਕਰ ਲਈਏ ਜੀ, ਜੋ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਰਣਜੀਤ ਬਾਵਾ ਤੇ ਕਮਰ ਗਰੇਵਾਲ ਉਹਨਾਂ ਦੇ ਠਿਕਾਣਿਆਂ ਦੇ ਉੱਪਰ, ਉਹਨਾਂ ਦੇ ਘਰ ਦੇ ਉੱਪਰ ਜਿਹੜੀ ਰੇਡ ਹੋਈ ਹੈ, ਇਨਕਮ ਟੈਕਸ ਵਿਭਾਗ ਨੇ ਜਿਹੜੀ ਰੇਡ ਕੀਤੀ ਹੈ, ਉਸ ਤੋਂ ਬਾਅਦ ਵਿੱਚ ਟਾਣਾ ਸਾਹਿਬ ਬਹੁਤ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਗਈਆਂ। ਰਾਜਨੀਤੀ ਦੇ ਵਿੱਚ ਵੀ ਲੋਕ ਵੀ ਬਹੁਤ ਕੁਝ ਕਹਿਣ ਲੱਗ ਗਏ। ਉਹਨਾਂ ਦੇ ਪਰਿਵਾਰਕ ਜੀਆਂ ਦੀਆਂ ਇੰਟਰਵਿਊਜ਼, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀਆਂ ਨੇ। ਨਾਲ ਦੀ ਨਾਲ ਹੁਣ ਜੇ ਰਵੀ ਸਿੰਘ ਖਾਲਸਾ ਹੋਰਾਂ ਦੀ ਆਪਾਂ ਗੱਲ ਕਰੀਏ, ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਗਏ। ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਛਾਪੇ ਪੈਣੇ ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਜੀ। ਹਰ ਬੰਦਾ ਆਮਦਨ ਟੈਕਸ ਜਮ੍ਹਾਂ ਕਰਵਾਵੇ ਜੀ, ਹਰ ਬੰਦੇ ਨੂੰ ਟੈਕਸ ਦੇ ਮੁਤਾਬਕ ਉਹਦੀਆਂ ਸਹੂਲਤਾਂ ਮਿਲਣ, ਇਹ ਸਾਰਾ ਕੁਝ ਬੜਾ ਜ਼ਰੂਰੀ ਹੈ। ਬਹੁਤ ਸਾਰੇ ਵਪਾਰੀਆਂ ਦੇ ਉੱਤੇ, ਫੈਕਟਰੀਆਂ ਦੇ ਮਾਲਕਾਂ ਦੇ ਉੱਤੇ, ਬਹੁਤ ਸਾਰੇ ਨਿੱਜੀ ਅਦਾਰਿਆਂ ਦੇ ਉੱਤੇ ਛਾਪੇਮਾਰੀ ਹੁੰਦੀ ਹੈ। ਕਲਾਕਾਰਾਂ ਦੇ ਉੱਤੇ ਵੀ ਹੋਈ ਆ। ਆਪਾਂ ਕੱਲ ਵੀ ਗੱਲ ਕੀਤੀ ਸੀ, ਕਿਸੇ ਵੇਲੇ ਮਿਸ ਪੂਜਾ ਦੇ ਟਿਕਾਣੇ ਤੇ ਛਾਪੇ ਪਏ ਸੀਗੇ, ਹੋਰ ਕਈ ਕਲਾਕਾਰਾਂ ਦੇ ਪਏ। ਹੁਣ ਰਣਜੀਤ ਬਾਵਾ ਤੇ ਕਮਰ ਗਰੇਵਾਲ ਦੀ ਵਾਰੀ ਆਈ ਆ। ਕਮਰ ਗਰੇਵਾਲ ਨੇ ਮੈਨੂੰ ਇਹ ਗੱਲ ਦੱਸੀ ਆ, ਉਹ ਕਹਿੰਦੇ ਬਾਈ ਜੀ ਸਾਡੇ ਕੋਲੇ ਲੁਕਾਉਣ ਨੂੰ ਕੁਝ ਵੀ ਨਹੀਂਗਾ। ਉਹ ਕਹਿੰਦੇ ਵੀ ਜੋ ਸਾਨੂੰ ਕਿਹਾ ਗਿਆ ਵੀ ਭਾਈ ਆ ਚੀਜ਼ਾਂ ਦਿਓ ਤੇ ਅਸੀਂ ਫੜਾਤੀਆਂ। ਉਹ ਕਹਿੰਦੇ ਵੀ ਅਸੀਂ ਕਿਹੜਾ ਕੋਈ ਚੀਜ਼ ਲੁਕਾਉਣੇ ਆ, ਜੇਕਰ ਅਸੀਂ ਕੁਝ ਲੁਕੋਇਆ ਹੋਊਗਾ, ਜੇਕਰ ਅਸੀਂ ਕੋਈ ਪਰਦੇਦਾਰੀ ਰੱਖੀ ਹੋਊਗੀ, ਜੇਕਰ ਅਸੀਂ ਕਿਤੇ ਧੋਖਾ ਕੀਤਾ ਹੋਊਗਾ, ਸਾਨੂੰ ਉਹੋ ਜਿਹਾ ਨਤੀਜਾ ਮਿਲੂਗਾ। ਉਹ ਕਹਿੰਦੇ ਵੀ ਅਸੀਂ ਕਿਹੜੇ ਕੁਝ ਲੁਕੋਇਆ ਹੀ ਨਹੀਂ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਮਾਨਯੋਗ ਅਧਿਕਾਰੀ ਹੈ ਆਮਦਨ ਕਰ ਵਿਭਾਗ ਦੇ, ਉਹ ਜਿਵੇਂ ਸਾਨੂੰ ਹੁਕਮ ਲਾਉਣਗੇ ਅਸੀਂ ਹੋਰ ਵੀ ਦਸਤਾਵੇਜ਼ ਜਮ੍ਹਾਂ ਕਰਾ ਦਾਂਗੇ। ਪਰ ਰਣਜੀਤ ਬਾਵਾ ਦੇ ਸਤਿਕਾਰਯੋਗ ਮਾਤਾ ਜੀ ਸਾਹਮਣੇ ਆਏ ਆ, ਉਹਨਾਂ ਨੇ ਕਿਹਾ ਜੀ ਕਿ ਅਸੀਂ ਪਿਛਲੇ ਕਈ ਘੰਟਿਆਂ ਤੋਂ ਤਾੜੇ ਹੋਏ ਆ ਘਰ ਦੇ ਵਿੱਚ ਕੈਦ ਆ। ਉਹ ਕਹਿੰਦੇ ਜੀ ਕਿ ਸਾਡਾ ਕਸੂਰ ਕੀ ਆ, ਸਾਡਾ ਕਸੂਰ ਸਿਰਫ ਇਹ ਆ ਕਿ ਸਾਡੇ ਪੁੱਤ ਨੇ ਗੀਤਾਂ ਰਾਹੀਂ ਸੱਚ ਬੋਲਿਆ। ਸੋ ਇਸ ਤਰੀਕੇ ਦੇ ਵਿਚਾਰ ਆ ਰਹੇ। ਪਰ ਰਵੀ ਸਿੰਘ ਖਾਲਸਾ ਏਡ ਵਾਲੇ ਜਿਹੜੇ ਸਤਿਕਾਰਯੋਗ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਨਿੱਠ ਕੇ ਗਏ ਆ, ਉਹਨਾਂ ਸਾਰਿਆਂ ਦੀਆਂ ਸੂਚੀਆਂ ਬਣੀਆਂ ਹੋਈਆਂ। ਇਹ ਉਸੇ ਪ੍ਰਕਿਰਿਆ ਦਾ ਇੱਕ ਹਿੱਸਾ ਉਹਨਾਂ ਦੇ ਕਹਿਣ ਮੁਤਾਬਕ ਜੀ। ਬਾਕੀ ਪਤਾ ਨਹੀਂ ਟਾਣਾ ਸਾਹਿਬ, ਸੱਚ ਆਪਣੇ ਆਪ ਜ਼ਰੂਰ ਸਾਹਮਣੇ ਆ ਜਾਣਾ, ਚਾਹੇ ਉਹ ਕਿਸੇ ਦੀ ਵੀ ਗਲਤੀ ਹੋਵੇ, ਕਿਸੇ ਨੇ ਵੀ ਅਨਿਆਂ ਕੀਤਾ ਹੋਵੇ ਤੇ ਕਿਸੇ ਨੇ ਵੀ ਦਜਾਈਗੀ ਜੇ ਕੀਤੀ ਹੋਊਗੀ, ਤਾਂ ਲੋਕਾਂ ਦੇ ਸਾਹਮਣੇ ਸੱਚ ਆ ਜਾਣਾ ਹੈ। ਇਹ ਬਹੁਤਾ ਚਿਰ ਸੱਚ ਲੁਕਿਆ ਨਹੀਂ ਰਹਿੰਦਾ ਹੁੰਦਾ। ਬਿਲਕੁਲ ਜੀ। ਤੇ ਇੱਕ ਗੱਲ ਮੈਂ ਹੋਰ ਦੱਸਾਂ, ਜਿੰਨੇ ਕੁ ਲੋਕਾਂ ਨੂੰ ਅਸੀਂ ਮਿਲੇ ਆ, ਉਹਨਾਂ ਦੇ ਵਿੱਚੋਂ ਕਈਆਂ ਨੂੰ ਪੁੱਛਿਆ ਵੀ ਤੁਹਾਡੀ ਕਦੇ ਭਾਵਨਾ ਭੜਕੀ ਇੱਥੇ ਆ ਕੇ? ਉਹਨਾਂ ਨੇ ਕਿਹਾ ਜੀ ਕਿ ਚਲੋ ਸਾਡੀ ਤਾਂ ਬਾਅਦ ਦੀ ਗੱਲ ਆ, ਪਰ ਉਹ ਕਹਿੰਦੇ ਵੀ ਜਿਹੜੇ ਵੀ ਇੱਥੇ ਕਾਮੇ ਆ, ਜਿਹੜੇ ਵੀ ਬੰਦੇ ਇੱਥੇ ਕਿਰਤੀ ਆ, ਉਹਨਾਂ ਦੀ ਭਾਵਨਾ ਛੇਤੀ ਕਿਤੇ ਨਹੀਂ ਭੜਕਦੀ। ਮੈਂ ਕਿਹਾ ਜੀ ਉਹ ਕਿਉਂ ਨਹੀਂ ਭੜਕਦੀ? ਕਹਿੰਦੇ ਅਸਲ ਦੇ ਵਿੱਚ 2-2 ਸ਼ਿਫਟਾਂ ਲਾ ਕੇ ਨਾ ਅਸੀਂ ਜਦੋਂ ਘਰੇ ਪਹੁੰਚਦੇ ਆ ਜੀ, ਉਦੋਂ ਕੰਮ ਕਰਦਿਆਂ ਨੂੰ ਸਾਨੂੰ 15-16 ਘੰਟੇ ਹੋ ਗਏ ਹੁੰਦੇ ਆ। ਸਾਨੂੰ ਤਾਂ ਕਹਿੰਦੇ ਬੈੱਡ ਵੀਰ ਜੀ ਮਸਾਂ ਦਿਸਦਾ, ਨਾ ਤਾਂ ਸਾਨੂੰ ਫੇਸਬੁੱਕ ਤੇ ਗਾਲਾਂ ਕੱਢਣ ਦਾ ਵਕਤ ਲੱਗਦਾ, ਨਾ ਸਾਨੂੰ ਇਹ ਵੀ ਕਿਸੇ ਉੱਤੇ ਭੱਦੀ ਟਿੱਪਣੀ ਕਰਕੇ ਦਾ ਵਕਤ ਲੱਗਦਾ, ਨਾ ਹੀ ਕਦੇ ਭਾਵਨਾ ਭੜਕਦੀ ਆ। ਕਹਿੰਦੇ ਵੀ ਵੀਕਐਂਡ ਦਾ ਸ਼ਨੀ ਐਤਵਾਰ ਦੀ ਉਡੀਕ ਕੀਤੀ ਜਾਂਦੀ ਹੈ ਤੇ ਉਸ ਦਿਨ ਵੀ ਕੰਮ ਤੇ ਜਾਈਦਾ ਜੀ। ਤੇ ਫਿਰ ਭਾਈ ਭਾਵਨਾ ਕਿਉਂ ਭੜਕੇ? ਸਾਡੀ ਭਾਵਨਾ ਭੜਕਣ ਦਾ ਵੇਲਾ ਹੀ ਨਹੀਂ ਹੁੰਦਾਗਾ। ਮੈਂ ਕਿਹਾ ਵੀ ਭਾਰਤ ਦੇ ਵਿੱਚ ਤੇ ਇਦਾਂ ਹੋ ਜਾਂਦਾ ਜੀ। ਉੱਥੇ ਤਾਂ ਇਹ ਆ ਵੀ ਇਹਨੇ ਲਾਲ ਰੰਗ ਦੀ ਸਾੜੀ ਕਾਹਤੋਂ ਪਾ ਲਈ, ਇਹਨੇ ਖੱਟੇ ਰੰਗ ਦਾ ਝੱਗਾ ਕਾਹਤੋਂ ਪਾ ਲਿਆ, ਇਹਨੇ ਢਿੱਡ ਕਾਹਤੋਂ ਦਿਖਾਤਾ, ਇਹਨੇ ਆਹ ਕਾਹਤੋਂ ਕਰਤਾ, ਇਹਨੇ ਆਹ ਕਾਹਤੋਂ ਕਰਤਾ। ਅਸ਼ਲੀਲਤਾ ਤੇ ਰੰਗਾਂ ਦਾ ਵੀ ਅਸੀਂ ਉੱਥੇ ਗੱਠਜੋੜ ਕਰਤਾ। ਅਸ਼ਲੀਲਤਾ ਇੱਕ ਵੱਖਰੀ ਗੱਲ ਆ, ਰੰਗਾਂ ਦੀ ਗੱਲ ਇੱਕ ਵੱਖਰੀ ਆ। ਪਰ ਅਸੀਂ ਰੰਗਾਂ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਕਰਨ ਲੱਗੇ। ਜਿਹਨੇ ਕਦੇ ਨਹੀਂ ਫਿਲਮ ਦੇਖੀ ਉਹ ਕਹਿੰਦਾ ਮੇਰੀ ਭਾਵਨਾ ਭੜਕ ਗਈ ਹੈ ਜੀ। ਬਿਲਕੁਲ। ਜਿਹੜਾ ਮੁਫਤ ਦੇ ਵਿੱਚ ਵੇਂਦਾ ਨਾ ਭਾਈ ਮੈਂ ਤਾਂ ਵਾਰ-ਵਾਰ ਇੱਕੋ ਫਿਲਮ ਹੀ ਦੇਖਣੀ ਆ, ਉਹ ਕਹਿੰਦਾ ਵੀ ਮੇਰੀ ਤਾਂ ਭਾਵਨਾ ਭੜਕੀ ਹੈ ਜੀ। ਬਿਲਕੁਲ। ਜੂਲੀ ਫਿਲਮ ਵੇਖਣ ਵਾਲੇ ਵੀ ਕਹਿੰਦੇ ਭਾਵਨਾ ਭੜਕੀ ਹੈ। ਅਸ਼ਲੀਲਤਾ ਹੀ ਹੁੰਦੀ ਹੈ। ਅਸ਼ਲੀਲਤਾ ਦਾ ਕਿਸੇ ਵੀ ਰੰਗ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ। ਅਸ਼ਲੀਲਤਾ ਦੇ ਖਿਲਾਫ ਆਵਾਜ਼ ਜ਼ਰੂਰ ਚੁੱਕੋ, ਪਰ ਰੰਗਾਂ ਨੂੰ, ਧਰਮ ਨੂੰ ਹਰ ਗੱਲ ਦੇ ਵਿੱਚ ਲੈ ਕੇ ਆਉਣਾ ਵੀ ਮਾੜਾ ਹੁੰਦਾ। ਤੇ ਕਿਰਤ ਕਰਿਆ ਕਰੀਏ ਆਪਾਂ ਨਾ ਚਲੋ 16 ਘੰਟੇ ਤਾਂ ਨਹੀਂ ਕੰਮ ਕਰ ਸਕਦੇ, 10 ਘੰਟੇ ਜੇਕਰ ਸਿਰ ਸੁੱਟ ਕੇ ਕੰਮ ਕੀਤਾ ਹੋਵੇ, ਨੀਂਦ ਬਹੁਤ ਸੋਹਣੀ ਆਉਂਦੀ ਹੈ। ਬਿਲਕੁਲ। ਤੇ ਜਦੋਂ ਨੀਂਦ ਬਹੁਤ ਸੋਹਣੀ ਆਉਂਦੀ ਤਾਂ ਫਿਰ ਕੋਈ ਕਿਤੇ ਨਹੀਂ ਸੁੱਝਦੀ। ਬਸ ਇੰਨੀ ਬੇਨਤੀ ਹੈ ਜੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।
ਹਰਮਨ ਜੀ ਇੱਕ ਨਵੀਂ ਖਬਰ ਦੱਸਾਂ ਕੀ ਜੀ? ਗੁਰਦਾਸਪੁਰ ਦੇ ਵਿੱਚ ਪਿੰਡ ਅਲਾਵਲਪੁਰ ਜੀ, ਉੱਥੇ ਇੱਕ ਮੁੱਦੇ ਦੇ ਉੱਤੇ ਬੜਾ ਵੱਡਾ ਪੰਗਾ ਪੈ ਗਿਆ। ਕੋਈ ਵੱਡਾ ਮੁੱਦਾ ਹੋਏਗਾ ਤਾਂ ਹੀ ਵੱਡਾ ਪੰਗਾ ਕੁੱਕੜਾਂ ਵਾਂਗੂ ਕਿੰਨੇ ਕੁ ਲੋਕ ਲੜਦੇ ਹੁੰਦੇ ਆ, ਵਾਧੂ ਲੜਦੇ ਨੇ ਅੱਜ ਕੱਲ। ਕੁੱਕੜਾਂ ਵਾਂਗੂ ਲੜੀ ਜਾਂਦੇ ਆ, ਕੋਈ ਨਾ ਕੋਈ ਸਿੰਘ ਨੂੰ ਤੇਲ ਲਾਈ ਰੱਖਦਾ ਵੀ ਭਾਈ ਮੈਂ ਤਾਂ ਚੱਕ ਦੇਣਾ, ਮੈਂ ਤਾਂ ਉਹਨੂੰ ਚੱਕ ਦੇਣਾ, ਮੈਨੂੰ ਉਹ ਚੰਗਾ ਨਹੀਂ ਲੱਗਦਾ, ਮੈਂ ਤਾਂ ਐਂ ਕਰੂੰ, ਮੈਂ ਤਾਂ ਆਹ ਕਰੂੰ। ਜੀ, ਪਰ ਕੁੱਕੜਾਂ ਵਾਂਗੂ ਲੜਦੇ ਲੜਦੇ ਲੋਕ ਕੁੱਕੜ ਲੜਵਾਉਣ ਲੱਗ ਪਏ ਤੇ ਕੁੱਕੜ ਲੜਵਾਉਣ ਲੱਗ ਪਏ ਤੇ ਪੁਲਿਸ ਦਾ ਛਾਪਾ ਪੈ ਗਿਆ। ਪੁਲਿਸ ਦਾ ਛਾਪਾ ਪੈ ਗਿਆ ਤੇ ਆਪ ਫੁਰ ਹੋ ਗਏ ਤੇ ਜਦੋਂ ਆਪ ਫੁਰ ਹੋ ਗਏ ਤਾਂ ਕੁੱਕੜ ਵੀ ਪੁਲਿਸ ਦੇ ਕਾਬੂ ਦੇ ਵਿੱਚ ਆ ਗਏ। ਹੁਣ ਇਹ ਨਹੀਂ ਪਤਾ ਵੀ ਉਹਦੇ ਚੋਂ ਕਿੰਨੇ ਘਟ ਗਏ ਹੋਣੇ, ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂਗਾ, ਪਰ 20 ਕੁੱਕੜ ਪੁਲਿਸ ਦੇ ਅੜਿੱਕੇ ਆਏ ਆ। ਪੁਲਿਸ ਨੇ ਪਰਚਾ ਦਰਜ ਕਰ ਲਿਆ, ਕਹਿੰਦੇ ਵੀ ਐ ਨਹੀਂ ਹੋਣ ਦੇਣਾ ਅਸੀਂ। ਪੂਰੀ ਕਹਾਣੀ ਸਾਫ਼ ਸਰਲ ਲਫ਼ਜ਼ਾਂ ਦੇ ਵਿੱਚ ਦੱਸੋ ਟਾਣਾ ਸਾਹਿਬ। ਦੱਸ ਤਾਂ ਦਿੱਤੀ, ਅਲਾਵਲਪੁਰ ਪਿੰਡ ਆ, ਗੁਰਦਾਸਪੁਰ ਜ਼ਿਲ੍ਹਾ, ਤੇ ਉੱਥੇ ਕੁੱਕੜਾਂ ਦੀ ਲੜਾਈ ਦੇ ਪਿੱਛੇ ਪੰਗਾ ਪੈ ਗਿਆ। ਕਈ ਲੋਕ ਨਾ ਉੱਥੇ ਕੁੱਕੜਾਂ ਦੇ ਮੁਕਾਬਲੇ ਕਰਾਉਂਦੇ ਸੀ। ਕਈ ਲੋਕ ਹੁੰਦੇ ਨੇ ਵੀ ਭਾਈ ਆਪਾਂ ਐਂ ਜੇ ਕਰਨਾ ਮਾੜਾ ਜਾਂ ਮਸਤੀ ਜੀ ਮਾਰਦੇ ਆ ਵੀ ਕੁੱਕੜਾਂ ਦੀ ਲੜਾਈ ਕਰਵਾਉਣੇ, 2 ਤੋਂ ਲੈ ਕੇ 5 ਲੱਖ ਰੁਪਏ ਦੀ ਸ਼ਰਤ ਲਾਉਂਦੇ ਸੀ ਉਹ। ਵੀ ਜੇ ਮੰਨ ਲਓ ਇੱਕ ਕੁੱਕੜ ਤੁਹਾਡਾ ਹੋਵੇ ਇੱਕ ਮੇਰਾ ਹੋਵੇ ਤੇ ਮੇਰਾ ਕੁੱਕੜ ਹਾਰ ਗਿਆ, ਤੁਹਾਡਾ ਜਿੱਤ ਗਿਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂ, ਮੇਰਾ ਜਿੱਤ ਗਿਆ ਤੁਸੀਂ ਮੈਨੂੰ ਪੈਸੇ ਦਿਓਗੇ। 2 ਤੋਂ ਲੈ ਕੇ 5 ਲੱਖ ਰੁਪਏ ਦੀਆਂ ਸ਼ਰਤਾਂ ਲੱਗਦੀਆਂ ਸੀ ਤੇ ਇਹ ਕਹਿੰਦੇ ਨੇ ਸੀ ਵੀ 10% ਦੀ ਨਾ ਪੁਲਿਸ ਦਾ ਹਿੱਸਾ ਆਪਾਂ ਪੱਕਾ ਰੱਖ ਲੈਂਦੇ ਆ। ਜੇ ਪੁਲਿਸ ਨੇ ਮਾਰਿਆ ਛਾਪਾ ਤਾਂ ਆ ਪੈਸੇ ਉਹਨਾਂ ਦੇ। ਪਰ ਉਹ ਪੁਲਿਸ ਵਾਲੇ ਇਮਾਨਦਾਰ ਨਿਕਲੇ, ਉਹ ਕਹਿੰਦੇ ਵੀ ਐ ਨਹੀਂ ਹੁੰਦਾਗਾ, ਕੁੱਕੜ ਕਾਕੜ ਨਾ ਅਸੀਂ ਖਾਂਦੇ ਆ ਤੇ ਨਾ ਹੀ ਅਸੀਂ ਕੁੱਕੜ ਦੇ ਪਿੱਛੇ ਕੋਈ ਇਦਾਂ ਦੀ ਗੱਲ ਕਰਦੇ ਆ। ਕੁੱਕੜ ਬਸ ਚੱਕ ਕੇ ਲੈ ਜਾਂਦੇ ਆ, ਕੁੱਕੜ ਚੱਕ ਕੇ ਲੈ ਜਾਂਦੇ ਤਾਂ ਉਹ ਕੁੱਕੜ ਦਾ ਮਾਲਕ ਨਹੀਂ ਲੱਭਦਾਗਾ। ਕਰਨ ਕੀ ਉਹ ਜਦ ਬੰਦੇ ਫੁਰ ਹੋ ਗਏ ਤਾਂ ਕੁੱਕੜ ਦਾ ਮਾਲਕ ਕਿੱਥੋਂ ਲੱਭੂਗਾ ਟਾਣਾ ਸਾਹਿਬ? ਬਿਲਕੁਲ ਜੀ। ਦੇਖੋ ਮਸਲੇ ਕਿੱਡੇ ਵੱਡੇ ਵੱਡੇ ਟਾਣਾ ਸਾਹਿਬ, ਮੈਂ ਤਾਂ ਹੈਰਾਨ ਹੁੰਨੀ ਆ ਵੀ ਹੋਈ ਕੀ ਜਾਂਦਾ। ਕੋਈ ਕੁੱਕੜਾਂ ਪਿੱਛੇ ਲੜੀ ਜਾਂਦਾ, ਕੋਈ ਕੁੱਤਿਆਂ ਪਿੱਛੇ ਲੜੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰਿਆ, ਬਸ ਲੜਨ ਦਾ ਬਹਾਨਾ ਹੀ ਪਾਲੀ ਜਾਂਦੇ ਆ। ਬਿਲਕੁਲ ਸਹੀ ਗੱਲ ਹੈ। ਦੇਖੋ ਮਨੋਰੰਜਨ ਭਾਈ ਆਪਣੀ ਥਾਂ ਤੇ, ਪਰ ਜਦੋਂ ਨਿਯਮਾਂ ਦੇ ਉਲਟ ਗੱਲ ਹੋਵੇ ਤੇ ਫਿਰ ਆਪਾਂ ਉਵੇਂ ਨਾ ਕਰਿਆ ਕਰੀਏ। ਬਿਲਕੁਲ ਸਹੀ। ਤੁਹਾਡਾ ਚਿੱਤ ਕਰਦਾ ਹੋਵੇ ਜੀ ਕਿ ਮੈਂ ਤਾਂ ਹੁਣ ਬਾਂਦਰਾਂ ਦੀ ਲੜਾਈ ਕਰਾਵਾਂ, ਹਾਂ ਤੇ ਐ ਥੋੜੀ ਬਾਂਦਰਾਂ ਦੀ ਲੜਾਈ ਕਰਾਉਣ ਲੱਗ ਜਾਓਗੇ, ਬਾਂਦਰ ਪੁਣਾ ਕਰਨ ਲੱਗ ਜਾਂਦੇ ਫਿਰ ਆਪਾਂ। ਐਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੀ, ਨਹੀਂ ਹੋਣੀਆਂ ਚਾਹੀਦੀਆਂ। ਤੁਹਾਡਾ ਚਿੱਤ ਕਰਦਾ ਹੋਵੇ ਜੀ ਕਿ ਮੈਂ ਕੁੱਤਿਆਂ ਦੀ ਲੜਾਈ ਕਰਾਵਾਂ ਤੇ ਜਦੋਂ ਇਹ ਨਹੀਂ ਨਿਯਮਾਂ ਦੇ ਵਿੱਚ ਆਉਂਦੀ ਗੱਲ ਤੇ ਫਿਰ ਆਪਾਂ ਨਾ ਕਰੀਏ। ਤੁਹਾਡਾ ਚਿੱਤ ਕਰਦਾ ਜੀ ਕਿ ਮੈਂ ਬਲਦ ਗੱਡੀ ਦੀਆਂ ਦੌੜਾਂ ਕਰਵਾਵਾਂ ਤੇ ਪਰ ਜਦੋਂ ਸਰਕਾਰ ਨੇ ਹਾਈ ਕੋਰਟ ਨੇ ਪਾਬੰਦੀ ਲਾਈ ਆ ਫਿਰ ਆਪਾਂ ਨੂੰ ਮੰਨਣਾ ਪੈਣਾ। ਮਾਨਯੋਗ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਹੈ। ਗੱਲ ਇਹ ਟਾਣਾ ਸਾਹਿਬ ਮੈਨੂੰ ਇਹ ਲੱਗਦਾ ਹੁੰਦਾ ਅਸੀਂ ਅਕਸਰ ਸਰਕਾਰਾਂ ਦੇ ਵਿੱਚ ਦੋਸ਼ ਕੱਢਦੇ ਹਾਂ। ਦੇਖੋ ਦੋਸ਼ ਕਿਤਨਾ ਕਿਤੇ ਕੱਢਣਾ ਬਣਦਾ ਵੀ ਹੈ ਕਿਉਂਕਿ ਸਾਰਾ ਕੁਝ ਸਰਕਾਰਾਂ ਨੇ ਮੈਨੇਜ ਕਰਕੇ ਰੱਖਣਾ ਹੁੰਦਾ, ਪਰ ਨਾਲ ਦੀ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਜਾਈਏ। ਵਿਦੇਸ਼ਾਂ ਦੇ ਵਿੱਚ ਆਪਾਂ ਵੇਖਦੇ ਹਾਂ ਲੋਕ ਆਪਣੀਆਂ ਜ਼ਿੰਮੇਵਾਰੀਆਂ ਵੀ ਨਾਲੋਂ ਨਾਲ ਸਮਝਦੇ ਨੇ, ਹੈਨਾ। ਹੁਣ ਜਿਹੜੇ ਕਾਨੂੰਨ ਬਣਾਏ ਗਏ ਨੇ ਉਹ ਕਾਨੂੰਨ ਇਸੇ ਲਈ ਬਣਾਏ ਜਾਂਦੇ ਨੇ ਕਿ ਬੰਦਾ ਉਹਨਾਂ ਕਾਨੂੰਨਾਂ ਦੇ ਵਿੱਚ ਵੱਜ ਕੇ ਤੇ ਫਿਰ ਹੀ ਆਪਣੀ ਜ਼ਿੰਦਗੀ ਨੂੰ ਜੀਵੇ। ਪਰ ਸਾਡੇ ਮੁਲਕ ਦੇ ਵਿੱਚ ਇਹ ਦੁੱਖ ਵਾਲੀ ਗੱਲ ਹੈ ਕਿ ਅਸੀਂ ਪਹਿਲਾਂ ਹੀ ਇਹ ਸੋਚਣ ਲੱਗ ਜਾਂਦੇ ਆ ਕਿ ਕਾਨੂੰਨ ਤਾਂ ਬਣਦੇ ਹੀ ਤੋੜਨ ਨੂੰ ਹੈ, ਤੇ ਜਿੱਥੇ ਪਹਿਲਾਂ ਹੀ ਧਾਰਨਾ ਇਹ ਆ ਜਾਵੇ ਕਾਨੂੰਨ ਬਣਦੇ ਹੀ ਤੋੜਨ ਨੂੰ ਆ, ਉੱਥੇ ਤਾਂ ਫਿਰ ਕਾਨੂੰਨ ਟੁੱਟਣੇ ਲੱਗ ਜਾਂਦੇ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। ਅਸੀਂ ਗੱਡੀ ਦੇ ਵਿੱਚ ਸਫ਼ਰ ਕਰਗੇ ਇੰਗਲੈਂਡ ਦੇ ਵਿੱਚ, ਤੇ ਜਦੋਂ ਚਾਕਲੇਟ ਦਾ ਇੱਕ ਪੰਨਾ ਜਿਹਾ ਉਤਲਾ ਸੀਗਾ ਜਿਹੜਾ, ਉਹ ਜਦੋਂ ਮੈਂ ਗੱਡੀ ਦੇ ਵਿੱਚ ਹੀ ਰੱਖਤਾ ਤੇ ਮੈਨੂੰ ਸਭ ਤੋਂ ਪਹਿਲਾਂ ਪਿੱਛੇ ਬੈਠੇ ਬੱਚੇ ਨੇ ਗੱਲ ਕਹੀ ਕਿ ਅੰਕਲ ਅੱਗੇ ਜਦੋਂ ਆਪਾਂ ਰੁਕਾਂਗੇ ਨਾ ਡਸਟਬਿਨ ਦੇ ਵਿੱਚ ਸੁੱਟ ਦੇਣਾ। ਉਹਦੇ ਦਿਮਾਗ ਦੇ ਵਿੱਚ 10-12 ਸਾਲ ਦੇ ਬੱਚੇ ਦੇ ਵਿੱਚ ਡਸਟਬਿਨ ਵਾਲੀ ਗੱਲ ਹੈਗੀ, ਕੂੜੇ ਵਾਲੀ ਟੋਕਰੀ ਦੇ ਵਿੱਚ ਆਪਾਂ ਸੁੱਟਾਂਗੇ। ਪਰ ਸਾਡੇ ਕਹਿੰਦੇ ਪੁੱਤ ਆ ਕਰ ਪੰਨਾ ਮਾਰ ਚਲਾ ਕੇ ਦੇਖਦੇ ਆ ਕਿਹੜਾ ਰੋਕਦਾ ਤੇਰੇ ਪਾਪੇ ਨੂੰ। ਇਹਨੂੰ ਪਤਾ ਨਹੀਂਗਾ ਤੂੰ ਜਾ ਕਰਦਾ ਮੁੰਡਾ, ਹਿੱਕ ਢਾ ਕੇ ਲੜਨਾ ਪੁੱਤ, ਵੀ ਆਪਾਂ ਲੜਾਈ ਜਿੱਥੇ ਲੜਨੀ ਉੱਥੇ ਲੜੀਏ ਕਿ ਐਵੇਂ ਹੀ ਲੜੀ ਜਾਣਾ ਸਾਰੀ ਉਮਰ। ਅਸੀਂ ਇਹ ਭੁੱਲ ਜਾਂਦੇ ਆ ਕਿ ਇਹੋ ਜਿਹੀ ਜਿਹੜੀ ਹਿੰਮਤ ਆ ਉਹ ਬਹੁਤ ਸਾਰਿਆਂ ਦੇ ਵਿੱਚ ਆ, ਤੇ ਜਦੋਂ ਕੋਈ ਹੋਰ ਫਿਰ ਹਿੰਮਤ ਕਰਦਾ ਤਾਂ ਨੁਕਸਾਨ ਆਪਣਾ ਵੀ ਹੋ ਸਕਦਾ। ਨਾ ਇੱਥੇ ਕੋਈ ਗੋਰਾ ਦੇਖਿਆ ਜਿਹੜਾ ਕਹਿੰਦਾ ਹੋਵੇ ਵੀ ਮੈਂ ਵੇਨਾ ਜੀ ਕਿਹੜਾ ਮਾਈ ਦਲਾਲ ਬਾਹਰ ਨਿਕਲਦਾ। ਟਾਣਾ ਸਾਹਿਬ ਵਿੱਚ ਤਾਂ ਆਂਢ ਗੁਆਂਢ ਵੀ ਨਹੀਂ ਲੜਦਾ। ਆਹ ਦੇਖੋ ਜੀ ਆਲੇ ਦੁਆਲੇ ਦਾ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਦਿਓ, ਤੁਹਾਨੂੰ ਕੋਈ ਬੰਦਾ ਲੜਦਾ ਦਿਸਦਾ ਵੀ ਜਾਂ ਕੋਈ ਐਵੇਂ ਮੋੜ ਤੇ ਬੈਠਾ ਹੋਵੇ, ਕੋਈ ਕਹਿੰਦਾ ਹੋਵੇ ਵੀ ਉਹ ਚੱਲੀ ਆ ਗੋਰੀ ਲੁਫਥਾਂਸਾ ਚੱਲੀ ਆ। ਲੁਫਥਾਂਸਾ ਨਾ ਬੜਾ ਲੱਭ ਕੇ ਉਹ ਵੈਸੇ ਹੀ ਲੱਭ ਲਿਆ ਮੈਂ, ਕੋਈ ਐਲਜ਼ਾਬੈਥ ਚੱਲੀ ਆ। ਲੁਫਥਾਂਸਾ ਦਾ 에ਅਰਲਾਈਨ ਸੁਣੀਆ ਮੈਂ। ਹੁਣ ਮੈਨੂੰ ਕੀ ਪਤਾ ਗੋਲੀਆਂ ਦਾ ਐਲੀ ਚੱਲੀ ਆ, ਐਲੀ। ਹਾਂ ਠੀਕ ਹੈ, ਕੈਲੀ ਟਵਿੰਕਲ ਚੱਲੀ ਆ। ਕੋਈ ਕਹਿੰਦਾ ਕਿਸੇ ਨੂੰ ਕੁਛ ਨਾ, ਕੋਈ ਇੱਥੇ ਛੇੜਖਾਨੀ ਕਰਦਾ। ਸਾਰੇ ਬੰਦੇ ਆਪੋ ਆਪਣੇ ਕੰਮਾਂ ਤੇ ਆ। ਜੇ ਬੰਦਾ ਘਰ ਦੇ ਵਿੱਚ ਤਾਂ ਘਰ 'ਚ ਬੈਠਾ, ਜੇ ਕੋਈ ਬੰਦਾ ਬਾਹਰ ਆ ਤਾਂ ਫਿਰ ਉਹ ਕੰਮ ਤੇ ਹੀ ਹੋਊਗਾ। ਆ ਹੁਣ ਦੇਖੋ ਇਸ ਵੇਲੇ ਸਾਰੇ ਪਾਸੇ ਸੁੰਨ ਆ, ਇਹਦਾ ਮਤਲਬ ਇਹ ਨਹੀਂ ਕਿ ਕਰਫਿਊ ਲੱਗਾ, ਇੱਥੇ ਕੋਈ ਹੜਤਾਲ ਆ, ਇੱਥੇ ਕੋਈ ਧਰਨਾ ਲੱਗਾ, ਇਦਾਂ ਦੀ ਗੱਲ ਨਹੀਂ। ਪਰ ਉਹ ਬੰਦੇ ਕਹਿੰਦੇ ਵੀ ਯਾਰ ਮੇਰੀ ਆਪਣੀ ਜ਼ਿੰਦਗੀ ਆ, ਮੈਂ ਆਪਦੇ ਚਾਅ ਦੇ ਲਈ ਦੂਜੇ ਨੂੰ ਕਿਉਂ ਖੱਜਲ ਕਰਾਂ, ਮੈਂ ਖੱਜਲ ਕਿਉਂ ਪਾਵਾਂ। ਸਾਡੇ ਕੀ ਹੁੰਦਾ ਵੀ ਵਿਆਹ ਹੈਗਾ ਤੁਹਾਡੇ ਘਰੇ ਮੰਨ ਲਓ ਤੇ ਡੀਜੇ ਲਾਉਣਗੇ ਇੰਨਾ ਉੱਚੀ ਵੀ ਅੱਧਾ ਪਿੰਡ ਨਚਾਉਣਾ ਆਪਾਂ। ਨਹੀਂ ਪਹਿਲਾਂ ਤਾਂ ਟਾਣਾ ਸਾਹਿਬ ਸੜਕ ਦੇ ਵਿੱਚ ਆਪਾਂ ਟੈਂਟ ਲਾਉਣਾ, ਪਹਿਲਾਂ ਸੜਕ 'ਚ ਟੈਂਟ ਲਾਵਾਂਗੇ, ਫਿਰ ਆਪਾਂ ਕਹਾਂਗੇ ਵੇਹਨੇ ਆ ਵੀ ਆਪਾਂ ਨੂੰ ਰੋਕਦਾ ਕੌਣ ਆ। ਵੋਟਾਂ ਕਿੰਨੀਆਂ ਪਾਈਆਂ ਸੀ, ਮੈਂ ਜਾ ਕੇ ਵੋਟਾਂ ਪਾਉਂਦਾ ਰਿਹਾ, ਸਾਡਾ ਵੀ ਨਾਂ ਹੈ, ਸਾਡਾ ਨਾਂ ਹਿੱਕ ਦੇ ਜ਼ੋਰ ਤੇ ਐਂ ਗੱਡੀ ਦਾ ਐਂ ਕਰੀਦਾ। ਬਿਲਕੁਲ, ਫਿਰ ਆਪਾਂ ਵੀ ਤਾਂ ਹੋਛੇ ਆ ਨਾ।
ਉਹੀ ਗੱਲ ਹੈ, ਜ਼ਿੰਮੇਵਾਰੀਆਂ ਪਛਾਣਨੀਆਂ ਪੈਣਗੀਆਂ ਸਾਨੂੰ, ਆਪਣੇ ਫਰਜ਼ਾਂ ਦੇ ਬਾਰੇ ਚ ਵੀ ਪਤਾ ਹੋਣਾ ਚਾਹੀਦਾ, ਹੱਕਾਂ ਦੇ ਬਾਰੇ ਜਾਗਰੂਕ ਹੋਣਾ ਬਹੁਤ ਸੋਹਣੀ ਗੱਲ ਹੈ, ਹਰ ਇੱਕ ਇਨਸਾਨ ਨੂੰ ਆਪਣੇ ਹੱਕਾਂ ਦੇ ਬਾਰੇ ਚ ਪਤਾ ਹੋਣਾ ਚਾਹੀਦਾ, ਪਰ ਹੱਕਾਂ ਦਾ ਦੂਸਰਾ ਜਿਹੜਾ ਪਹਿਲੂ ਉਹ ਫਰਜ਼ ਵੀ ਨੇ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ, ਸੋ ਇਸ ਸਿੱਕੇ ਦਾ ਇੱਕ ਪਹਿਲੂ ਜੇ ਹੱਕ ਹੈ ਤਾਂ ਦੂਜਾ ਪਹਿਲੂ ਫਰਜ਼ ਵੀ ਨੇ, ਸਾਨੂੰ ਆਪਣੇ ਫਰਜ਼ ਪਛਾਣਨੇ ਪੈਣਗੇ, ਦੁਨੀਆ ਆਪਣੇ ਆਪ ਸੋਹਣੀ ਬਣ ਜਾਏਗੀ। ਬਿਲਕੁਲ ਜੀ, ਤੇ ਇੱਕ ਜਾਣਕਾਰੀ ਹੋਰ ਬੜੀ ਮਹੱਤਵਪੂਰਨ ਹੈ, ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਜੀ, ਉਹਨੇ ਨਾ ਕੁਝ ਕੁ ਜਾਣਕਾਰੀਆਂ ਸਾਂਝੀਆਂ ਕੀਤੀਆਂ ਵੀ ਜੇਕਰ ਤੁਸੀਂ ਔਰਤ ਨੂੰ ਆ ਸ਼ਬਦ ਕਹੇ ਤੇ ਫਿਰ ਭਾਈ ਤੁਹਾਡੇ ਤੇ ਪਰਚਾ ਦਰਜ ਹੋ ਜਾਣਾ, ਉਹਦੇ ਵਿੱਚ ਕਲਮੂਹੀ ਵੀ ਆ। ਮਤਲਬ ਕਿਸੇ ਨੇ ਵੀ ਔਰਤ ਨੂੰ, ਸਤਿਕਾਰਯੋਗ ਔਰਤ ਨੂੰ ਕਲਮੂਹੀ ਨਹੀਂ ਕਹਿਣਾ ਜੀ, ਕਿਸੇ ਨੇ ਚੁੜੇਲ ਨਹੀਂ ਕਹਿਣਾ। ਟਾਣਾ ਸਾਹਿਬ ਕਦੇ ਵੀ ਮੰਦੇ ਸ਼ਬਦ ਵੈਸੇ ਨਹੀਂ ਬੋਲਣੇ ਚਾਹੀਦੇ ਕਿਸੇ ਨੂੰ, ਜੋ ਉਹਦੇ ਵਿੱਚ ਲਿਖਿਆ ਗਿਆ ਮੈਂ ਉਹਦਾ ਵੇਰਵਾ ਪੇਸ਼ ਕਰਦਾ, ਮੈਂ ਕਿਹੜਾ ਕੋਲੋਂ ਗੱਲ ਬਣਾਈ ਹੈ, ਨਹੀਂ ਬਿਲਕੁਲ ਸਹੀ। ਉਹਦੇ ਵਿੱਚ ਕਿਹਾ ਵੀ ਚੁੜੇਲ ਨਹੀਂ ਕਹਿਣਾ, ਆਈਟਮ ਨਹੀਂ ਕਹਿਣਾ ਤੇ ਛਮਕ ਛਲੋ ਨਹੀਂ ਕਹਿਣਾ। ਅੱਛਾ ਜੀ, ਵੀ ਜੇਕਰ ਇਹ ਗੱਲ ਕਹੋਗੇ ਨਾ ਤੇ ਭਾਈ ਫਿਰ ਤੁਹਾਡੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਊਗੀ। ਇਹ ਔਰਤ ਦੇ ਨਿਰਾਦਰ ਵਾਲੇ ਸ਼ਬਦ ਆ। ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਨਾ ਪੀਂਦੇ ਬੀੜੀ ਜੀ ਤੇ ਕਹਿੰਦੇ ਨੇ ਮੈਂ ਤਾਂ ਦੇਵਾਨੰਦ ਦੀ ਰੀਸ ਕਰਦਾ, ਛਮਕ ਛੱਲੋ ਚੱਲੀ ਹੈ, ਛਤਰੋਲ ਬਹੁਤ ਫਿਰਨਾ ਹੁਣ। ਹਾਂ, ਫਿਰਨਾ ਵੀ ਚਾਹੀਦਾ। ਮੈਨੂੰ ਤਾਂ ਇਹ ਲੱਗਦਾ ਕਿ ਇਹ ਫੈਸਲਾ ਬਹੁਤ ਦੇਰੀ ਨਾਲ ਆਇਆ, ਇਹ ਫੈਸਲਾ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ। ਕਿਸੇ ਨੂੰ ਕੋਈ ਵੀ ਇਹ ਦਿੱਤੀ ਨਹੀਂ ਗਈ ਜ਼ਿੰਮੇਵਾਰੀ ਹੈ, ਕਿਸੇ ਨੂੰ ਵੀ ਇਹ ਕੋਈ ਹੱਕ ਨਹੀਂ ਹੈ ਕਿ ਕੋਈ ਕਿਸੇ ਬਾਬਤ ਕੋਈ ਵੀ ਭੱਦੀ ਟਿੱਪਣੀ ਇਸ ਤਰੀਕੇ ਨਾਲ ਕਰੇ। ਮਾੜੀ ਟਿੱਪਣੀ ਜੇਕਰ ਮੁੰਡੇ ਤੇ ਹੁੰਦੀ ਹੈ ਉਹ ਵੀ ਮਾੜੀ ਹੈ, ਜੇਕਰ ਕੁੜੀ ਤੇ ਹੁੰਦੀ ਹੈ ਉਹ ਵੀ ਮਾੜੀ ਹੈ। ਤੇ ਮੇਰੀ ਬੇਨਤੀ ਹੈ ਸਾਡੇ ਪੰਜਾਬੀਆਂ ਨੂੰ, ਵੈਲੀ ਅਖਵਾਉਣ ਦੇ ਉੱਤੇ ਮਾਣ ਨਾ ਮਹਿਸੂਸ ਕਰੀਏ ਆਪਾਂ। ਤੇ ਜਿਹੜੀਆਂ ਬੀਬੀਆਂ ਗੱਲ ਕਹਿੰਦੀਆਂ ਮੈਂ ਵੈਲੀ ਨਾਲ ਮੰਗੀ ਹੋਈਆਂ, ਉਹਨਾਂ ਨੂੰ ਵੀ ਬੇਨਤੀ ਵੀ ਭਾਈ ਇਹ ਵੀ ਮਾੜੀ ਗੱਲ ਆ, ਠੀਕ ਆ। ਵੈਲੀ ਖਵਾਉਣਾ ਕੋਈ ਬਹੁਤ ਸ਼ਾਨਾਮਤੀ ਗੱਲ ਨਹੀਂ। ਮੁੰਡਾ ਸ਼ਰੀਫ ਘਰ ਦਾ, ਮੁੰਡਾ ਮਿਹਨਤੀ ਪਰਿਵਾਰ ਦਾ, ਮੁੰਡਾ ਇੱਜ਼ਤਦਾਰ ਘਰਾਣੇ ਦੇ ਵਿੱਚੋਂ ਆ। ਇਹ ਤਾਂ ਹੋਈਆਂ ਗੱਲਾਂ, ਆਪਾਂ ਵੈਲੀ ਹੁੰਨੇ ਆ, ਡਾਂਗ ਉੱਤੇ ਡੇਰਾ ਜੱਟ ਦਾ, ਵੀ ਆਪਾਂ ਇਹਨਾਂ ਗੱਲਾਂ ਦੇ ਵਿੱਚ ਕਾਹਤੋਂ ਮਾਣ ਮਹਿਸੂਸ ਕਰਦੇ ਆ। ਵੈਸੇ ਭਲਿਆਂ ਵੇਲਿਆਂ ਦੀ ਗੱਲ ਕਰੀਏ ਜੇ ਟਾਣਾ ਸਾਹਿਬ, ਅਸੀਂ ਤਾਂ ਆਪਣੇ ਬਜ਼ੁਰਗਾਂ ਤੋਂ ਇਹੀ ਸੁਣਦੇ ਰਹੇ ਆ ਵੀ ਇਹ ਗੱਲਾਂ ਜਿਹੜੀਆਂ ਆ ਉਹ ਮਾੜੀਆਂ ਮੰਨੀਆਂ ਜਾਂਦੀਆਂ ਹੁੰਦੀਆਂ ਸੀ, ਵੀ ਉਹ ਵੈਲੀ ਆ, ਉਹ ਵੈਲੀਆਂ ਦਾ ਟੱਬਰ ਆ, ਮੁੰਡਾ ਉਹਨਾਂ ਦਾ ਵੈਲੀ ਹੋ ਗਿਆ, ਇਹਨੂੰ ਮਾੜਾ ਸਮਝਿਆ ਜਾਂਦਾ ਸੀ, ਹੈਨਾ। ਪਰ ਅੱਜ ਕੱਲ ਸ਼ਬਦਾਂ ਦੇ ਮਾਇਨੇ ਬਦਲ ਗਏ ਨੇ। ਅੱਜ ਕੱਲ ਪਰਿਭਾਸ਼ਾਵਾਂ ਅਸੀਂ ਆਪਣੇ ਹਿਸਾਬ ਨਾਲ ਰੱਖ ਲਈਆਂ। ਸ਼ਹੀਦ ਦੀ ਪਰਿਭਾਸ਼ਾ ਸਾਡੇ ਹਿਸਾਬ ਨਾਲ, ਗੱਦਾਰ ਦੀ ਪਰਿਭਾਸ਼ਾ ਸਾਡੇ ਹਿਸਾਬ ਨਾਲ, ਦੇਸ਼ ਧਰੋਹੀ ਦੀ ਪਰਿਭਾਸ਼ਾ ਸਾਡੇ ਹਿਸਾਬ ਨਾਲ, ਇਹ ਵਿਕਿਆ ਹੋਇਆ ਹੈ ਉਹਦੀ ਪਰਿਭਾਸ਼ਾ ਸਾਡੇ ਹਿਸਾਬ ਨਾਲ, ਵੈਲੀ ਦੀ ਸਾਡੇ ਹਿਸਾਬ ਨਾਲ। ਸੋ ਜਿੱਥੇ ਸਾਡਾ ਹਿਸਾਬ ਲੱਗ ਜਾਂਦਾ ਉੱਥੇ ਆਪਾਂ ਸਾਰੀਆਂ ਪਰਿਭਾਸ਼ਾਵਾਂ ਬਦਲ ਲੈਂਦੇ। ਬਿਲਕੁਲ ਜੀ, ਜੋ ਕੁਝ ਅਸੀਂ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਚੰਗਾ ਹੋਵੇ ਜੀ, ਵੀ ਭਾਈ ਆ ਇਉਂ ਵੀ ਹੋਣਾ ਚਾਹੀਦਾ, ਆ ਇਉਂ ਹੋਣਾ ਚਾਹੀਦਾ, ਆ ਇਉਂ ਹੋਣਾ ਚਾਹੀਦਾ, ਉਹਦੀ ਸ਼ੁਰੂਆਤ ਆਪਾਂ ਖੁਦ ਤੋਂ ਕਰੀਏ। ਬਿਲਕੁਲ ਸਹੀ। ਮੈਂ ਜਿਹੋ ਜਿਹਾ ਸਮਾਜ ਚਾਹੁੰਦਾ, ਸਮਾਜ ਦਾ ਇੱਕ ਨਿੱਕਾ ਜਿਹਾ ਅੰਗ ਮੈਂ ਵੀ ਆ, ਤੁਸੀਂ ਵੀ ਹੋ, ਬਹੁਤ ਛੋਟਾ ਜਿਹਾ, ਪਰ ਸਾਨੂੰ ਆਪਦੇ ਤੋਂ ਸ਼ੁਰੂਆਤ ਕਰਨੀ ਪਊਗੀ, ਆਪਣੇ ਘਰ ਤੋਂ ਸ਼ੁਰੂਆਤ। ਇਕੱਲੇ ਉਲਾਂਭਿਆਂ ਦੇ ਨਾਲ ਨਾ ਤਾਂ ਕਦੇ ਕੋਈ ਮਸਲਾ ਹੱਲ ਹੋਇਆ ਤੇ ਨਾ ਕਦੇ ਕੋਈ ਮਸਲਾ ਹੱਲ ਹੋਣਾ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ, ਇਹ ਬੜੀ ਤੁਸੀਂ ਕਮਾਲ ਦੀ ਗੱਲ ਮੰਨੋਗੇ ਜੀ। ਲਓ ਜੀ, ਮੈਂ ਨਾ ਪਿਛਲੇ ਦਿਨੀ ਇੱਕ ਪੋਸਟ ਪਾਈ ਵੀ ਅਸੀਂ ਹੈਗੇ ਜੀ ਇਸ ਵੇਲੇ ਲੰਡਨ ਸ਼ਹਿਰ ਦੇ ਵਿੱਚ। ਠੀਕ। ਇੱਕ ਸੱਜਣ ਨੇ ਵਿੱਚ ਲਿਖਿਆ, ਜਿਹੜਾ ਕਿ ਜਾਲੀ ਜੀ ਆਈਡੀ ਵਾਲਾ ਸੀ, ਉਹਨੇ ਵਿੱਚ ਲਿਖਿਆ ਇਹਨਾਂ ਨੂੰ ਕੀ ਪਤਾ ਵੀ ਭਾਈ ਦੁਨੀਆ ਕਿਹੜੀ ਥਾਂ ਤੇ ਵਸਦੀ ਆ। ਅੱਛਾ ਜੀ। ਦੁਨੀਆ ਕਿੰਨੇ ਔਖ ਦੇ ਵਿੱਚੋਂ ਨਿਕਲਦੀ ਆ, ਇਹ ਲੰਡਨ ਫਿਰਦੇ ਆ। ਹਾਂਜੀ। ਕਿਸੇ ਨੇ ਥੱਲੇ ਲਿਖਿਆ, ਬਾਈ ਜੀ ਤੁਸੀਂ ਆਪਦੇ ਆਪ ਦੇ ਵਿੱਚ ਵੀ ਸੁਧਾਰ ਕਰੋ। ਤੇ ਤੁਸੀਂ ਸਮਾਜ ਲਈ ਕੀ ਕੀਤਾ ਜੀ। ਉਹਨੇ ਅੱਗੇ ਥੱਲੇ ਪਤਾ ਕੀ ਉੱਤਰ ਦਿੱਤਾ, ਤੇਰੇ ਵੀਰ ਦੀਆਂ 7 ਆਈਡੀਆਂ ਚੱਲਦੀਆਂ, ਵਾਓ, ਉਹਦੇ ਵਿੱਚੋਂ 5 ਆਈਡੀਆਂ ਦੇ ਉੱਤੇ ਸਮਾਜ ਦੀ ਗੱਲ ਹੀ ਕੀਤੀ ਹੁੰਦੀ ਹੈ। ਹਾਏ 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 ਇਹ ਭਾਈ ਦੁਨੀਆ ਦੇ ਵਿੱਚ ਤਕਲੀਫਾਂ ਕੀ ਤੁਸੀਂ ਮੇਰੇ ਬਾਰੇ ਕੀ ਜਾਣਦੇ ਹੋ? ਰਜਾਈ ਵਾਲਾ ਇਨਕਲਾਬ। ਹਾਂ, ਮੈਂ ਕਿਹਾ ਵੀ ਵੈਸੇ ਤਾਂ ਗੱਲ ਤਾਂ ਬਹੁਤ ਵੱਡੀ ਹੈ ਤਾਂ ਕਮਾਲ ਦੀ ਗੱਲ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਜੀ। ਇਹਨੂੰ ਕੋਸ਼ਿਸ਼ ਕਰੋ ਕਿ ਪਦਮ ਸ਼੍ਰੀ ਮਿਲੇ। ਹਾਂ, ਮਿਲਣਾ ਚਾਹੀਦਾ ਭਾਈ। ਰਜਾਈ 'ਚ 7 ਆਈਡੀਆਂ ਚੱਲਦੀਆਂ, ਜੇ ਹੁਣ ਇਹਨੂੰ ਕੁੜੀ ਵਾਲੇ ਵੇਖਣ ਆਉਣ ਤੇ ਉਹ ਕਹਿਣ ਵੀ ਭਾਈ ਮੁੰਡਾ ਕੰਮ ਕੀ ਕਰਦਾ, ਪਾਪਾ ਕਹੂਗਾ ਮੁੰਡੇ ਦੀਆਂ 7 ਆਈਡੀਆਂ ਚੱਲਦੀਆਂ। ਨਹੀਂ ਟਾਣਾ ਸਾਹਿਬ, ਰਜਾਈ 'ਚ ਬਹਿ ਕੇ ਇਨਕਲਾਬ ਲਿਆਉਣਾ ਸੌਖੀ ਗੱਲ ਨਹੀਂ ਹੁੰਦੀ, ਇਹਦੇ ਲਈ ਵੀ ਬਹੁਤ ਮਿਹਨਤ ਮਸ਼ੱਕਤ ਕਰਨੀ ਪੈਂਦੀ ਹੈ। ਬਿਲਕੁਲ ਜੀ, ਪਰ ਬੇਨਤੀ ਇਹ ਆ ਵੀ ਮਿਹਨਤ ਆਪਾਂ ਤਰੀਕੇ ਨਾਲ ਕਰੀਏ ਜੀ, ਆਪਾਂ ਥੋੜਾ ਜਿਹਾ ਸਿੱਖੀਏ। ਆਪਾਂ ਇਹ ਗੱਲ ਕਹਿੰਦੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਐਦਾਂ ਨਹੀਂ ਹੁੰਦਾ, ਪਰ ਬਾਹਰਲੇ ਮੁਲਕਾਂ ਦੇ ਵਿੱਚ ਉਵੇਂ ਵੀ ਨਹੀਂ ਹੁੰਦਾ ਜਿਵੇਂ ਅਸੀਂ ਕਰਦੇ ਹਾਂ। ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਕੰਮ ਕਰਨਾ ਪੈਂਦਾ। ਅਸੀਂ ਤਾਂ ਹਰ ਰੋਜ਼ ਪੰਜਾਬੀ ਭੈਣਾਂ ਵੀਰਾਂ ਨੂੰ ਉੱਥੇ ਮਿਲਦੇ ਆ, ਤੁਸੀਂ ਵੀ ਸਾਰੇ ਬਾਹਰ ਅੰਦਰ ਆਉਂਦੇ ਜਾਂਦੇ ਰਹਿੰਦੇ ਹੋ, ਤੁਹਾਨੂੰ ਵੱਧ ਗਿਆਨ ਆ, ਸਾਨੂੰ ਤਾਂ ਚਲੋ ਥੋੜਾ ਜਿਹਾ ਗਿਆਨ ਹੋਊਗਾ। ਟਾਣਾ ਸਾਹਿਬ, ਇੱਥੇ ਨਾ ਮੈਂ ਇੱਕ ਗੱਲ ਜ਼ਰੂਰ ਦਰਜ ਕਰਨਾ ਚਾਹੁੰਦੀ ਆ, ਜੇ ਮਾੜੀ ਲੱਗੇ ਕਿਸੇ ਨੂੰ ਤਾਂ ਮਾਫੀ ਚਾਹੁੰਦੀ ਆ, ਪਰ ਅਸੀਂ ਜੋ ਅੱਖੀ ਦੇਖਿਆ ਉਸ ਬਾਬਤ ਹੀ ਗੱਲ ਕਰ ਰਹੇ ਆ। ਸਾਨੂੰ ਥੋੜੀ ਜੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਮੈਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬਣ ਰਹੀ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਨੇ, ਉਹਨਾਂ ਨੂੰ ਹਰ ਇੱਕ ਕੰਮ ਸਿਖਾਉਂਦੇ ਨੇ, ਬੱਚਿਆਂ ਨੂੰ ਕੰਮ ਕਰਨ ਲਈ, ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਨੇ। ਪਰ ਕੁਝ ਕੁ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਧਾਰਨਾ ਇਹ ਹੁੰਦੀ ਹੈ, ਲੈ ਨਿਆਣਾ ਹੈ ਅਜੇ ਤਾਂ, ਇਹ ਤਾਂ ਬਾਹਰ ਜਾ ਕੇ ਹੀ ਕੰਮ ਕਰੂਗਾ, ਇਹ ਗੱਲ ਬਿਲਕੁਲ ਉਵੇਂ ਆ। ਇਹ ਗੱਲ ਬਿਲਕੁਲ ਉਵੇਂ ਆ
ਜਿਵੇਂ ਝੁੱਡੂ ਜਿਹਾ ਬੰਦਾ ਹੋਵੇ ਕੋਈ ਜਿਹੜਾ ਕੋਈ ਕੰਮ ਨਾ ਕਰਦਾ ਹੋਵੇ ਤਾਂ ਘਰ ਦੇ ਕਹਿਣ ਕੋਈ ਨਹੀਂ ਵਹੁਟੀ ਆ ਕੇ ਸੁਧਾਰ ਲੂਗੀ ਇਹਨੂੰ, ਨਾ ਵਹੁਟੀ ਟ੍ਰੇਨਿੰਗ ਕਰਕੇ ਆਈ ਹੈ। ਹਾਂ ਵੀ ਉਹ ਵਿਚਾਰੀ ਨੇ ਠੇਕਾ ਲਿਆ ਵੀ ਉਹ ਆ ਕੇ ਸੁਧਾਰ ਕਰੇ, ਜਿਹੜਾ 20-22-25 ਸਾਲਾਂ 'ਚ ਤੁਹਾਡੇ ਤੋਂ ਨਹੀਂ ਸੁਧਰਿਆ ਤੇ ਉਹ ਕਿੱਥੋਂ ਸੁਧਾਰਦਾ? ਆਮ ਤੌਰ ਤੇ ਗੱਲ ਬਣੀ ਹੈ ਨਾ, ਕੋਈ ਨਹੀਂ ਆਪੇ ਆ ਕੇ ਇਹਨੂੰ ਸੰਗਲ ਪਾਊ। ਅੱਛਾ ਉਹ ਸੰਗਲ ਪਾਉਣ ਦਾ ਤਜਰਬਾ ਕਰਕੇ ਆਈ ਹੈ, ਤੇ ਜੇ ਉਹ ਸੰਗਲ ਪਾ ਦਿੰਦੀ ਹੈ ਫਿਰ ਵੀ ਉਹ ਮਾੜੀ ਹੈ ਵੀ ਲੈ ਬਈ ਘਰ ਵਾਲੀ ਨੇ ਤਾਂ ਆਉਂਦੇ ਕਬਜ਼ਾ ਕਰ ਲਿਆ। ਇਸ ਕਰਕੇ ਭਾਈ ਆਪੋ ਆਪਣੀ ਜ਼ਿੰਮੇਵਾਰੀ ਨਿਭਾਈ ਜੀ। ਸੋ ਗੱਲ ਇੱਥੇ ਇਹ ਮੁੱਕਦੀ ਹੈ ਟਾਣਾ ਸਾਹਿਬ ਕਿ ਆਪਾਂ ਬਹੁਤ ਸਾਰੇ ਸਟੂਡੈਂਟਸ ਨੂੰ ਮਿਲੇ, ਬਹੁਤ ਸਾਰੇ ਹੋਰ ਲੋਕਾਂ ਨੂੰ ਮਿਲੇ, ਔਰ ਜਿਨ੍ਹਾਂ ਤੋਂ ਸਾਨੂੰ ਇਹ ਜਾਣਨ ਨੂੰ ਮਿਲਿਆ ਕਿ ਜਿਨ੍ਹਾਂ ਨੇ ਪਹਿਲਾਂ ਕਦੇ ਕੰਮ ਹੀ ਨਹੀਂ ਸੀ ਕੀਤਾ, ਉਹ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਜਾ, ਕਿਉਂਕਿ ਕੰਮ ਕਰਨ ਦੀ ਆਦਤ ਨਹੀਂ ਹੁੰਦੀ। ਸੋ ਇਸ ਲਈ ਇਸ ਆਦਤ ਨੂੰ ਆਪਾਂ ਆਪਣੇ ਪੇਕੇ ਪਿੰਡ ਤੋਂ ਹੀ ਪਾਉਣਾ ਸ਼ੁਰੂ ਕਰੀਏ, ਘਰ ਦੇ ਵਿੱਚੋਂ ਹੀ ਸ਼ੁਰੂ ਕਰੀਏ, ਕੰਮ ਉੱਥੇ ਕਰੀਏ, ਤਾਂ ਅੱਗੇ ਜਾ ਕੇ ਸਾਨੂੰ ਕੋਈ ਵੀ ਜਿਹੜੀ ਕਹਿ ਲਓ ਸਾਹਮਣੇ ਬਹੁਤ ਵੱਡੀ ਕੋਈ ਸਮੱਸਿਆ ਨਹੀਂ ਖੜੀ ਹੁੰਦੀ, ਅਸੀਂ ਭੁੱਖੇ ਨਹੀਂ ਰਹਿ ਸਕਦੇ। ਬਿਲਕੁਲ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ, ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਟਾਣਾ ਸਾਹਿਬ ਬਿਲਕੁਲ ਹਰਮਨ ਜੀ, ਮੈਂ ਨਾ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਤੁਸੀਂ ਨਿਗਾਹ ਮਾਰਿਓ ਜਿੱਥੋਂ ਤੱਕ ਤੁਹਾਡੀ ਅੱਖ ਜਾਂਦੀ ਹੈ ਜੀ, ਜਿੱਥੋਂ ਤੱਕ ਤੁਹਾਡੀ ਪਹੁੰਚ ਆ। ਮੇਰੀ ਕੈਮਰਾਮੈਨ ਵੀਰ ਨੂੰ ਵੀ ਬੇਨਤੀ ਹੈ ਵੀ ਛੱਤਾਂ ਦਿਖਾਓ ਘਰਾਂ ਦੀਆਂ। ਹਾਂਜੀ, ਆ ਜਿਹੜੇ ਆਲੇ ਦੁਆਲੇ ਸਾਡੇ ਘਰ ਆ ਨਾ, ਇਹਨਾਂ ਦੀਆਂ ਛੱਤਾਂ ਇਉਂ ਆ ਵੀ ਜਿਵੇਂ ਸਾਰੇ ਘਰ ਇੱਕੋ ਮਿਸਤਰੀ ਨੇ ਬਣਾਏ ਆ ਜੀ, ਜਿਵੇਂ ਸਾਰਿਆਂ ਘਰਾਂ ਨੂੰ ਬਣਾਉਣ ਵਾਲੇ ਨੂੰ ਇੱਕੋ ਹੀ ਡਿਜ਼ਾਈਨ ਪਾਉਣਾ ਆਉਂਦਾ ਸੀ ਜੀ, ਵੀ ਜਿਵੇਂ ਸਾਰਿਆਂ ਨੇ ਨਾ, ਜਿਵੇਂ ਆਪਾਂ 5ਵੀਂ ਦੇ ਵਿੱਚ 6ਵੀਂ ਦੇ ਵਿੱਚ ਡਰਾਇੰਗ ਬਣਾਉਂਦੇ ਸੀ, ਜਦੋਂ ਝੌਂਪੜੀ ਵਾਉਂਦੇ ਸੀਗੇ, ਉਹ ਝੌਂਪੜੀ ਵਾਲਾ ਅੰਦਾਜ਼ ਹੈਗਾ। ਜੀ ਜੀ ਜੀ, ਬਿਲਕੁਲ ਇਦਾਂ ਹੀ ਹੈ। ਹੁਣ ਹੋ ਸਕਦਾ ਵੀ ਜਿਹੜਾ ਘਰ ਤੁਸੀਂ ਹੁਣ ਦੇਖ ਰਹੇ ਹੋ ਇਹ ਮਿਲੀਅਨ ਪਾਉਂਡ ਦਾ ਮਾਲਕ ਹੋਵੇ, ਬਿਲਕੁਲ ਹੋ ਸਕਦਾ ਜਿਹੜਾ ਪਹਿਲਾਂ ਦਿਖਾਇਆ ਉਹ ਵਿਚਾਰਾ ਕੋਈ ਦਿਹਾੜੀ ਦੱਪੇ ਵਾਲਾ ਹੋਵੇ, ਪਰ ਸਾਰਿਆਂ ਦੇ ਘਰਾਂ ਦੀ ਉਚਾਈ ਇੱਕੋ ਜਿੰਨੀ ਹੈ, ਸਭ ਕੁਝ ਇੱਕੋ ਜਿਹਾ ਹੈ, ਹਰ ਇੱਕ ਘਰ ਦਾ। ਜੀ ਪਤਾ ਨਾ, ਹੁਣ ਦੇਖ ਲਿਆ ਨਾ। ਸਾਡੇ ਕੀ ਹੁੰਦਾ ਵੀ ਜਿਹਦੇ ਕੋਲੇ ਰੁਪਈਏ ਵੱਧ ਆ ਉਹ ਦੂਜੇ ਦੀ ਹਵਾ ਵੀ ਰੋਕ ਲੈਂਦਾ, ਦੂਜੇ ਦੀ ਧੁੱਪ ਵੀ ਰੋਕ ਲੈਂਦਾ। ਉਹ ਤਾਂ ਪਹਿਲਾਂ ਮੰਨ ਲਓ ਕਿਸੇ ਦੇ ਘਰ ਦੇ ਵਿੱਚ ਇੱਕੋ ਹੀ ਮੰਜ਼ਲ ਆ ਤੇ 3 ਮੰਜ਼ਲਾਂ ਖੜੀਆਂ ਕਰਕੇ ਤੇ ਉਹਦੀ ਹਵਾ ਵੀ ਰੋਕ ਲਈ, ਉਹਦਾ ਪਾਣੀ ਵੀ ਰੋਕ ਲਿਆ, ਪਰਲੇ ਪਾਸੇ ਵਾਲੇ ਨੇ ਵੀ ਰੋਕ ਲਿਆ, ਤੇ ਵਿਚਾਰਾ ਜਾਊ ਕਿਥੇ ਘਚੋਰ ਜੀ ਦੇ ਵਿੱਚ ਵੜ ਕੇ ਬੈਠਾ ਰਹਿੰਦਾ। ਮਤਲਬ ਇਹ ਆ ਵੀ ਇਹਨਾਂ ਦੇਸ਼ਾਂ ਦੇ ਵਿੱਚ ਜਾਂ ਇਹੋ ਜਿਹੇ ਹੋਰ ਦੇਸ਼ਾਂ ਦੇ ਵਿੱਚ, ਇਹ ਕੈਨੇਡਾ ਦੇ ਵਿੱਚ ਵੀ ਆਈਆਂ, ਅਮਰੀਕਾ ਦੇ ਵਿੱਚ ਵੀ ਆਈਆਂ, ਹੋਰ ਵੱਖ-ਵੱਖ ਦੇਸ਼ਾਂ 'ਚ ਵੀ ਆਈਆਂ, ਵੀ ਉੱਥੇ ਲੋਕਾਂ ਨੂੰ ਹਵਾ ਤੇ ਪਾਣੀ ਦਾ ਬਰਾਬਰ ਅਧਿਕਾਰ ਆ। ਉੱਥੇ ਲੋਕਾਂ ਨੂੰ ਧੁੱਪ ਦਾ ਜਿਹੜਾ ਕੁਦਰਤੀ ਸੋਮੇ ਆ ਉਹਨਾਂ ਦਾ ਬਰਾਬਰ ਦਾ ਅਧਿਕਾਰ ਆ। ਇਹ ਨਹੀਂ ਵੀ ਜੇਕਰ ਤੁਹਾਡੇ ਕੋਲੇ ਪਾਉਂਡਾਂ ਵਾਲਾ ਬਹੁਤ ਵੱਡਾ ਕਾਰੋਬਾਰ ਆ, ਐਂ ਕਰੋ ਤਾਂ ਉਹਨੂੰ ਚੱਕ ਦਿਓ ਸਾਰਾ ਕੁਝ ਤੇ ਬਾਕੀ ਸਾਰਾ ਕੁਝ ਲੁਕੋ ਲਓ। ਟਾਣਾ ਸਾਹਿਬ ਇਹ ਨਾ ਬਹੁਤ ਸਾਰੀਆਂ ਚੀਜ਼ਾਂ ਇੱਥੇ ਵੇਖਣ ਵਾਲੀਆਂ ਨੇ। ਕੱਲ ਮੇਰੀ ਗੱਲਬਾਤ ਹੋ ਰਹੀ ਸੀ ਕਿਸੇ ਭੈਣ ਜੀ ਹੋਰਾਂ ਦੇ ਨਾਲ, ਉਹ ਗੱਲ ਕਰ ਰਹੇ ਸੀ ਜਿਹੜੀਆਂ ਇੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਬਾਬਤ, ਕਿ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਕੋਈ ਨਾ ਕੋਈ ਵਿਚਾਰਧਾਰਾ ਤੇ ਲੋਕ ਉਸ ਵਿਚਾਰਧਾਰਾ ਦੇ ਨਾਲ ਜੁੜਦੇ ਨੇ ਵੀ ਆਹ ਜਿਹੜੀ ਪਾਰਟੀ ਬਿਜ਼ਨਸਮੈਨ ਲਈ ਬਹੁਤ ਚੰਗੀ ਆ, ਆਹ ਪਾਰਟੀ ਜਿਹੜੀ ਕਾਮਿਆਂ ਲਈ ਬਹੁਤ ਚੰਗੀ ਆ, ਆਹ ਪਾਰਟੀ ਇਮੀਗ੍ਰੈਂਟਸ ਲਈ ਬਹੁਤ ਚੰਗੀ ਆ। ਮਤਲਬ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਦੀ ਕੀ ਵਿਸ਼ੇਸ਼ਤਾ ਹੈ। ਮੈਂ ਸੋਚਿਆ ਵੀ ਸਾਡੇ ਪਤਾ ਸਾਨੂੰ ਵੀ ਕਿਹੜੀ ਪਾਰਟੀ ਕਾਮਿਆਂ ਲਈ ਬਹੁਤ ਚੰਗੀ ਹੈ, ਕਿਹੜੀ ਪਾਰਟੀ ਬਿਜ਼ਨਸਮੈਨ ਲਈ ਬਹੁਤ ਚੰਗੀ ਹੈ, ਕਿਹੜੀ ਪਾਰਟੀ ਇਮੀਗ੍ਰੈਂਟਸ ਲਈ ਬਹੁਤ ਚੰਗੀ ਹੈ, ਕਿਹੜੀ ਪਾਰਟੀ ਦੀ ਕੀ ਵਿਚਾਰਧਾਰਾ ਹੈ। ਲੋਕ ਹੁਣ ਕੁਝ ਹੱਦ ਤੱਕ ਸੁਧਰ ਰਹੇ, ਸਮਝ ਰਹੇ ਆ, ਪਰ ਹੁਣ ਤੱਕ ਤਾਂ ਇਹੀ ਪਤਾ ਹੁੰਦਾ ਸੀ ਵੀ ਕਚੋਰੀ ਕਿਹਦੀ ਚੰਗੀ ਆ, ਸਮੋਸਾ ਕਿਹਦਾ ਚੰਗਾ, ਵੱਧ ਲਾੜੇ ਕੌਣ ਵੱਧ ਦਿੰਦਾ, ਘਰੋਂ ਕੌਣ ਲੈ ਕੇ ਜਾਂਦਾ ਤੇ ਘਰੇ ਕੌਣ ਛੱਡ ਦਿੰਦਾ। ਤੇ ਫਿਰ ਆਪਾਂ ਕਹਿੰਦੇ ਵੀ ਕ੍ਰਾਂਤੀਕਾਰੀ ਤਬਦੀਲੀਆਂ ਆਉਣੀਆਂ ਚਾਹੀਦੀਆਂ ਸਮਾਜ ਦੇ ਵਿੱਚ। ਉਸ ਤੋਂ ਬਾਅਦ ਮੈਂ ਇੱਥੇ ਵੇਖਿਆ ਟਾਣਾ ਸਾਹਿਬ, ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਲਗਾਤਾਰ ਬਰਸਾਤ ਹੋ ਰਹੀ ਸੀ, ਮੀਂਹ ਪੈ ਰਿਹਾ ਸੀ, ਹਨਾ, ਦਿਨ ਰਾਤ ਮੀਂਹ ਪੈਂਦਾ ਰਿਹਾ, ਪਰ ਫਿਰ ਵੀ ਸੜਕਾਂ ਇੱਕਦਮ ਸਾਫ਼ ਸੁਥਰੀਆਂ ਸੁੱਕੀਆਂ ਪਈਆਂ ਨੇ। ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਆ ਉਹ ਪੂਰਾ ਜਿੱਥੇ ਜਾਣਾ ਚਾਹੀਦਾ ਨਿਕਾਸੀ ਹੋ ਰਹੀ ਹੈ ਪਾਣੀ ਦੀ। ਮਤਲਬ ਹਾਲਾਂਕਿ ਇਹ ਗੱਲਾਂ ਆਮ ਨੇ ਟਾਣਾ ਸਾਹਿਬ, ਜਿਹੜੇ ਅੱਜ ਤਾਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਦੇਸ਼ਾਂ ਦੇ ਵਿੱਚ ਹੈ, ਹਰ ਇੱਕ ਬੰਦਾ ਇਹਨਾਂ ਚੀਜ਼ਾਂ ਨੂੰ ਮਾਣਦਾ, ਮਹਿਸੂਸ ਕਰਦਾ ਹੈ ਕਿ ਵਿਦੇਸ਼ਾਂ 'ਚ ਆ ਚੰਗਾ ਚੰਗਾ ਚੰਗਾ, ਪਰ ਸਾਡੇ ਮੁਲਕ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਇਹ ਚੀਜ਼ਾਂ ਕਦੋਂ ਚੰਗੀਆਂ ਹੋਣਗੀਆਂ, ਸਭ ਤੋਂ ਵੱਡਾ ਸਵਾਲ। ਕੁਲਵਿੰਦਰ ਬਿੱਲੇ ਦੇ ਗਾਣੇ ਦਾ ਕੀ ਬੋਲ ਸੀਗੇ, ਅੰਟੀਨਾ ਵਾਲੇ ਦੇ? ਉਹ ਸੀ ਲੋਕਾਂ ਭਾਣੇ ਸੈੱਟ ਅੰਟੀਨਾ ਕਰਦਾ ਪਤੰਗੇ, ਤੈਨੂੰ ਪਤਾ ਕੋਠੇ ਤੇ ਕਿਉਂ ਸੀ ਚੜਦਾ, ਲੋਕਾਂ ਭਾਣੇ ਸੈੱਟ ਅੰਟੀਨਾ। ਮੇਰੀ ਬੇਨਤੀ ਸਾਡੇ ਕੈਮਰਾਮੈਨ ਨੂੰ ਉਹ ਅੰਟੀਨਾ ਵਿਖਾਓ। ਇੱਥੇ ਹਰ ਘਰ ਦੇ ਵਿੱਚ ਅੰਟੀਨਾ, ਪਰ ਇਹਦਾ ਮਤਲਬ ਇਹ ਨਹੀਂ ਵੀ ਕੁਲਵਿੰਦਰ ਬਿੱਲਾ ਫਿੱਟ ਕਰਕੇ ਗਿਆ। ਸਾਡੇ ਤਾਂ ਪੰਜਾਬ ਦੇ ਵਿੱਚੋਂ ਅੰਟੀਨੇ ਵੀ ਗਾਇਬ ਹੋ ਗਏ, ਛਤਰੀਆਂ ਜੀਆਂ ਦਿਸਦੀਆਂ ਹੁਣ। ਸੋ ਮਤਲਬ ਇਹ ਹੈ ਜੀ ਕਿ ਇਹਨਾਂ ਨੇ ਅੰਟੀਨੇ ਵੀ ਇੱਥੇ ਉਵੇਂ ਹੀ ਲੱਗੇ। ਮੈਨੂੰ ਤਾਂ ਐ ਲੱਗਾ ਵੀ ਮੈਂ ਤਾਂ ਸਰਾਵਾਂ ਆ ਗਿਆ। ਤੁਸੀਂ ਇਹ ਵੇਖੋ ਸਰਾਵਾਂ ਤੁਹਾਡੇ ਨਾਨਕੇ, ਮੇਰੇ ਨਾਨਕੇ ਆ ਨਾ, ਉੱਥੇ ਅੰਟੀਨਾ ਸਾਡਾ ਐਂ ਸੀਗਾ। ਮੇਰੇ ਨਾਲ ਤਾਂ ਹੁੰਦਾ ਵੀ ਕੰਮ ਹੋ ਰਹੀ ਸੀ। ਜਦੋਂ ਮੈਂ ਨਾਨਕੇ ਪਿੰਡ ਤੋਂ ਆ ਗਿਆ ਟਹਿਣੇ ਪਿੰਡ, ਤੇ ਉੱਥੇ ਨਾ ਜਿਹੜਾ ਸਫੈਦੇ ਦਾ ਇੱਕ ਬਹੁਤ ਵੱਡਾ ਟਾਹਣ ਸੀਗਾ, ਹਾਂਜੀ, ਤੇ ਉਹਦੇ ਉੱਤੇ ਅੰਟੀਨਾ ਫਿੱਟ ਕੀਤਾ ਸੀਗਾ। ਠੀਕ। ਤੇ ਸਾਡੇ ਸੀਗਾ ਜੀ ਉਹ ਕਾਲਾ ਚਿੱਟਾ ਟੀਵੀ। ਅੱਛਾ ਜੀ। ਤੇ ਉਹ ਸ਼ਟਰ ਵਾਲਾ ਸੀਗਾ, ਐ ਖੁੱਲਦਾ ਸੀਗਾ ਅਲਮਾਰੀ ਵਾਂਗੂ। ਤੇ ਲਓ ਜੀ, ਮੇਰੀ ਜ਼ਿੰਮੇਵਾਰੀ ਸੀਗੀ ਵੀ ਭਾਈ ਤੂੰ ਬਾਹਰ ਜਾ ਕੇ ਇਹਨੂੰ ਹਿਲਾਉਣਾ, ਅੰਟੀਨੇ ਨੂੰ ਹਿਲਾਉਣਾ ਕਰਕੇ। ਉਹਨੇ ਕਦੇ ਤਾਰੇ ਆ ਜਾਣੇ, ਕਦੇ ਤਾਰੇ ਚਲੇ ਜਾਣੇ, ਕਦੇ ਉਹਨੇ ਲਾਹੌਰ ਵਾਲਾ ਸਟੇਸ਼ਨ ਫੜ ਲੈਣਾ, ਕਦੇ ਕੀ ਹੋ ਜਾਣਾ, ਤੇ ਉਦੋਂ ਤੱਕ ਚਿੱਤਰਹਾਰ ਨਿਕਲ ਜਾਣਾ। ਮੈਨੂੰ ਕਦੇ ਫਿਲਮ ਦੇਖਣ ਦੇ ਲਈ ਵੀ ਸਾਫ਼ ਆਵੇ ਸਾਰੀ ਤਸਵੀਰ, ਮੈਂ ਅੰਟੀਨੇ ਨੂੰ ਐ ਕਰੀ ਜਾਣਾ, ਮੈਨੂੰ ਤਾਂ ਉੱਤੇ ਛੱਤ ਤੇ ਸੁਣਨਾ ਡਿਸ਼ੂ। ਤੁਸੀਂ ਇਹ ਵੇਖੋ, ਮੈਂ ਕਹਿਣਾ ਮੁੱਕਾ ਕਿਹਨੇ ਮਾਰਿਆ, ਉਹਨੇ ਦੇਖਣਾ ਧਰਮਿੰਦਰ ਨੇ ਮਾਰਿਆ।
ਪਰ ਅਸਲ 'ਚ ਟੀਮ ਵਰਕ ਉਹ ਹੁੰਦਾ ਸੀ ਵੀ ਇੱਕ ਬੰਦਾ ਅੰਦਰ ਟੀਵੀ ਮੂਹਰੇ ਖੜਾ ਹੈ, ਇੱਕ ਬੰਦਾ ਵਿਹੜੇ ਦੇ ਵਿੱਚ ਸੁਨੇਹਾ ਦੇਣ ਲਈ ਖੜਾ ਹੈ, ਇੱਕ ਜਿਹੜਾ ਐਂਟੀਨੇ ਨਾਲ ਲੱਗਿਆ ਹੋਇਆ ਉਹ ਉੱਥੋਂ ਚੱਲ ਕੇ ਸੁਨੇਹਾ ਉੱਥੋਂ ਤਾਈਂ ਆਉਂਦਾ ਸੀ, ਉੱਥੋਂ ਚੱਲ ਕੇ ਸੁਨੇਹਾ ਗਾਂ ਤਾਈਂ ਜਾਂਦਾ ਸੀ। ਟੀਮ ਵਰਕ ਕਿੱਡਾ ਵੱਡਾ ਸੀ ਵੇਖੋ, ਕਦੇ ਕੋਈ ਚੈਨਲ ਆ ਜਾਣਾ, ਕਦੇ ਭੱਬੂ ਤਾਰੇ ਆ ਜਾਣੇ, ਕਦੇ ਕੁਛ ਕਦੇ ਮਸਾਂ ਉਹਨੂੰ ਠੀਕ ਕਰਕੇ ਆਉਣਾ ਤੇ ਉੱਤੇ ਕਾਂ ਨੇ ਆ ਕੇ ਬਹਿ ਜਾਣਾ, ਉਹ ਫੇਰ ਹਿਲ ਜਾਣਾ। ਇਹ ਸਭ ਕੁਝ ਦੇ ਵਿੱਚ ਹੀ ਬਚਪਨ ਤਾਂ ਨਿਕਲ ਗਿਆ। ਕਾਂ ਤੋਂ ਚਿੱਤੇ ਆ ਗਏ ਜਿਹੜੇ ਕਾਂ ਇੰਨੇ ਰਾਜ਼ੀ ਇੱਥੇ ਬੜੇ ਟਾਣਾ ਸਾਹਿਬ, ਆ ਜਿਹੜੇ ਕਾਂ ਇੱਥੇ ਮੈਂ ਕਹਿੰਦੀ ਗੂੜੇ ਕਾਲੇ ਰੰਗ ਦੇ, ਗੂੜੇ ਕਾਲੇ ਸਾਡੇ ਵਾਲਿਆਂ ਦਾ ਤਾਂ ਰੰਗ ਵੀ ਉੜ ਗਿਆ। ਹਾਂ ਸਹੀ ਗੱਲ ਆ, ਹਾਲਾਤ ਦੇ ਨਾਲ ਉਹ ਇਹੋ ਜਿਹੇ ਝੰਬੇ ਪਏ ਆ, ਲੋਕਾਂ ਦੇ ਚਿਹਰਿਆਂ ਤੋਂ ਰੰਗ ਉੱਡਿਆ, ਕਾਵਾਂ ਦੇ ਪਿੰਡੇ ਦਾ ਉੱਡ ਗਿਆ ਜੀ। ਕੈਮਰਾਮੈਨ ਸਾਥੀ ਨੂੰ ਕਹਿੰਦੇ ਇੱਕ ਕਾਂ ਉਹ ਐਂਟੀਨੇ ਤੇ ਬੈਠਾ, ਸਾਡੀ ਗੱਲ ਸੁਣ ਕੇ ਸ਼ਾਇਦ ਆਇਆ ਉਹ ਵੀ, ਜਿੱਦਾਂ ਮੈਂ ਕਿਹਾ ਸੀ ਵੀ ਐਂਟੀਨੇ ਤੇ ਆ ਕੇ ਕਾਂ ਬਹਿ ਜਾਂਦਾ, ਸ਼ਾਇਦ ਉਹ ਵੀ ਗੱਲ ਸੁਣ ਕੇ ਆ ਗਿਆ। ਸੋ ਗੱਲ ਇਹ ਆ ਵੀ ਇੱਥੋਂ ਦੇ ਕਾਂ ਬੜੇ ਰਾਜੀ, ਕਬੂਤਰ ਘੁੱਗੀਆਂ ਬੜੇ ਰਾਜੀ। ਹਾਂ ਸਾਡੇ ਉਧਰ ਵਿਚਾਰੇ ਮੁਰਗੇ ਵੀ ਬਰੀਕ ਜੇ ਨੇ, ਹਨਾ। ਬਿਲਕੁਲ। ਚਲੋ ਕੋਈ ਗੱਲ ਨਹੀਂ, ਇਹ ਖੂਬਸੂਰਤੀ ਹੈ ਇਸ ਮੁਲਕ ਦੀ, ਬਾਹਰਲੇ ਸਾਰੇ ਮੁਲਕਾਂ ਦੀ। ਸਾਡਾ ਮੁਲਕ ਵੀ ਬਹੁਤ ਸੋਹਣਾ ਹੈ, ਉਹ ਗੱਲ ਵੱਖਰੀ ਕਿ ਕੁਝ ਕੁ ਸਾਡੇ ਆਪਣਿਆਂ ਨੇ ਹੀ ਉੱਥੇ ਕੁਝ ਕੁ ਹਾਲਾਤ ਖਰਾਬ ਕਰ ਦਿੱਤੇ। ਬਿਲਕੁਲ ਸਹੀ ਆ ਜੀ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਤੁਹਾਡੇ ਪਿੰਡ ਦੇ ਸਕੂਲ ਦੀ ਹਾਲਤ ਕਿਹੋ ਜੀ ਆ? ਨਾ ਬਹੁਤੀ ਚੰਗੀ ਹੈ, ਨਾ ਬਹੁਤੀ ਮਾੜੀ। ਹਾਲਾਂਕਿ ਹੁਣ ਬਹੁਤ ਜ਼ਿਆਦਾ ਉੱਥੇ ਕੰਮ ਹੋ ਰਿਹਾ ਟਹਿਣਾ ਸਾਹਿਬ, ਪਰ ਠੀਕ ਹੈ। ਮਤਲਬ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਕੂਲ ਇਹੋ ਜਿਹੇ ਵੀ ਵੇਖੇ ਨੇ ਜਿੱਥੇ ਕਮਰੇ ਹੈ ਨਹੀਂ ਗਏ, ਜਿੱਥੇ ਵਿਚਾਰੇ ਬੱਚੇ ਜਿਹੜੇ ਨੇ ਉਹ ਕਦੀ ਬਾਹਰ ਬਹਿ ਕੇ ਕਲਾਸ ਲਾਉਂਦੇ ਨੇ, ਕਦੀ ਵਿਚਾਰੇ ਕਿਤੇ ਕਦੀ ਕਿਤੇ। ਇਹੋ ਜਿਹੇ ਹਾਲਾਤਾਂ ਤੋਂ ਥੋੜਾ ਜਿਹਾ ਬਚਿਆ ਹੋਇਆ ਸਾਡਾ ਸਕੂਲ, ਫਿਰ ਵੀ ਠੀਕ ਹੈ ਉਹਦੀ ਚਲੋ ਤੁਹਾਡੇ ਪਿੰਡ ਦਾ ਸਕੂਲ ਸਲਾਮਤ ਰਵੇ ਜੀ, ਸਾਰੇ ਪਿੰਡਾਂ ਦੇ ਸਕੂਲ ਸਲਾਮਤ ਰਹਿਣ। ਤੁਹਾਡੇ ਪਿੰਡ ਦੀ ਪੁਲੀ ਤਾਂ ਕਦੇ ਬਣਨੀ ਨਹੀਂ, ਉਹਦੀ ਆਪਾਂ ਗੱਲ ਨਹੀਂ ਕਰਨੀ। ਸੀਵਰੇਜ ਸਾਡੇ ਘਰ ਵਾਲਾ ਸੀਵਰੇਜ ਨਹੀਂ ਪੈਣਾ ਤੁਹਾਡਾ ਕਦੇ, ਤੇ ਪਰ ਕੋਈ ਗੱਲ ਨਹੀਂ, ਆਪਾਂ ਉਹਦੀ ਗੱਲ ਹੀ ਨਹੀਂ ਕਰਨੀ। ਨਹੀਂ ਟਾਣਾ ਸਾਹਿਬ, ਗੱਲ ਕਰਨੀ ਪੈਣੀ ਹੈ। ਤੁਸੀਂ ਵੇਖੋ, ਅਸੀਂ ਵੀ ਵੋਟਾਂ ਪਾਈਆਂ, ਅਸੀਂ ਕਿਹੜਾ ਯੁਗਾਂਡਾ ਵਾਸੀ ਆ। ਆਹ ਵੇਖੋ ਬਾਈ ਜੀ ਆ ਗਏ ਨਾ, ਇਹਨਾਂ ਨੂੰ ਕਿਸੇ ਨੇ ਬੁਲਾਇਆ ਹੋਊਗਾ ਜਾਂ ਨਹੀਂ ਬੁਲਾਇਆ, ਕੰਮ ਕਰਨ ਆ ਗਏ, ਜ਼ਿੰਮੇਵਾਰੀ ਹੈ। ਹਾਂ, ਤੇ ਆਪਣੇ ਬੁਲਾ ਕੇ ਦਿਖਾਓ। ਚਲੋ ਖੈਰ ਕੋਈ ਗੱਲ ਨਹੀਂ, ਸਾਡੇ ਵਾਲੀ ਪੁਲੀ ਨਹੀਂ ਬਣਨੀ, ਪਤਾ ਨਹੀਂ ਸ਼ਾਇਦ ਉੱਥੇ ਜਾ ਕੇ ਵੀ ਆਪਾਂ ਕਿਸੇ ਦਿਨ ਪ੍ਰੋਗਰਾਮ ਕਰਦੇ ਆ, ਦਿਖਾਉਨੇ ਆ ਹਾਲਾਤ ਕੀ ਨੇ ਪੁਲੀ ਦੇ। ਖੈਰ ਆਪਾਂ ਜਿਹੜੀ ਗੱਲ ਕਰਨ ਲੱਗੇ ਸੀ, ਤੁਸੀਂ ਸਕੂਲ ਦੀ ਇਮਾਰਤ ਬਾਰੇ ਗੱਲ ਕਰ ਰਹੇ ਸੀ। ਭਗਵੰਤ ਮਾਨ ਨੇ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ 9 ਮਹੀਨਿਆਂ ਦੇ ਵਿੱਚ ਅਸੀਂ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਆ। ਅੱਛਾ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਉਣ ਦੇ ਬਾਰੇ ਕਦੇ ਕਿਸੇ ਨੇ ਕਿਆਸ ਨਹੀਂ ਸੀ ਕੀਤਾ, ਤੇ ਹੁਣ ਉਹ ਸਾਰਾ ਕੁਝ ਜ਼ਮੀਨੀ ਪੱਧਰ ਦੇ ਉੱਤੇ ਪ੍ਰੈਕਟੀਕਲ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਜੇ ਅਸੀਂ ਹੋਰ ਸਕੂਲਾਂ ਦੀ ਬਿਹਤਰੀ ਵੱਲ ਕਦਮ ਵਧਾਉਣੇ ਆ। ਵਧੀਆ ਗੱਲ ਆ ਭਾਈ, ਜੇਕਰ ਪੰਜਾਬ ਦੇ ਸਰਕਾਰੀ ਸਕੂਲ, ਹਾਲਾਂਕਿ ਬਹੁਤ ਸਾਰੇ ਸਕੂਲ ਸੋਹਣੇ ਵੀ ਆ, ਕੁਝ ਕੁ ਸਰਕਾਰ ਦੇ ਕਰਕੇ, ਕੁਝ ਕੁ ਪੰਚਾਇਤਾਂ ਦੇ ਕਰਕੇ, ਕੁਝ ਕੁ NRI ਭੈਣਾਂ ਵੀਰਾਂ ਦੇ ਕਰਕੇ ਬਹੁਤ ਸੋਹਣੇ ਸਕੂਲ ਪੰਜਾਬ ਦੇ ਵਿੱਚ ਕੁਝ ਚੱਲਦੇ ਆ। ਪਰ ਮੇਰੀ ਪੰਜਾਬ ਦੇ ਸਾਰੇ ਹੀ ਮੰਤਰੀਆਂ ਨੂੰ, ਭਾਵੇਂ ਉਹ ਵਰਤਮਾਨ ਆ ਤੇ ਭਾਵੇਂ ਉਹ ਸਾਬਕਾ ਤੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਰਹੇ ਆ, ਕਿਸੇ ਦੀ ਵੀ ਸਰਕਾਰ ਦੇ ਵਿੱਚ ਰਹੇ ਆ, ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਵੀ ਭਾਈ ਅਸੀਂ ਸਿਹਤ ਸਹੂਲਤਾਂ ਬਿਹਤਰ ਕੀਤੀਆਂ, ਅਸੀਂ ਸਿੱਖਿਆ ਦੀਆਂ ਸਹੂਲਤਾਂ ਦੇ ਵਿੱਚ ਕਮਾਲ ਕਰਤੀ। ਕੀ ਤੁਹਾਡੇ ਬੱਚੇ, ਕੀ ਤੁਹਾਡੇ ਪੋਤੇ ਦੋਤੇ, ਪੋਤੀਆਂ ਦੋਤੀਆਂ, ਕੀ ਤੁਹਾਡੇ ਅਧਿਕਾਰੀ ਜਿਹੜੇ ਕਿ ਨਾਲ ਜੁੜੇ ਹੋਏ ਆ, ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਸਨ ਜਾਂ ਵਰਤਮਾਨ ਸਮੇਂ ਵਿੱਚ ਪੜ੍ਹਦੇ ਹਨ? ਜਦੋਂ ਤੋਂ ਤੁਸੀਂ ਇਹ ਗੱਲ ਕਹਿਣੀ ਸ਼ੁਰੂ ਕੀਤੀ ਵੀ ਸਾਡੀ ਸਰਕਾਰ ਨੇ ਸਿੱਖਿਆ ਸਹੂਲਤਾਂ ਵਧਾਤੀਆਂ, ਸਕੂਲਾਂ ਦਾ ਪੱਧਰ ਉੱਚਾ ਚੁੱਕਤਾ, ਕੀ ਤੁਹਾਡੇ ਵਿੱਚੋਂ ਕਿਸੇ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ? ਤੁਸੀਂ ਇਹ ਗੱਲ ਕਹਿੰਦੇ ਹੋ ਜਾਂ ਕਹਿੰਦੇ ਸੀ ਕਿ ਅਸੀਂ ਸਿਹਤ ਸਹੂਲਤਾਂ ਦੇ ਵਿੱਚ ਬਿਹਤਰੀ ਲੈ ਕੇ ਆਂਦੀ ਹੈ। ਜਦੋਂ ਵੀ ਤੁਸੀਂ ਬਿਮਾਰ ਹੋਏ ਹੋ, ਜਾਂ ਤੁਹਾਡੀ ਘਰਵਾਲੀ ਬਿਮਾਰ ਹੋਈ, ਜਾਂ ਤੁਹਾਡੇ ਬੱਚੇ ਬਿਮਾਰ ਹੋਏ, ਤੁਹਾਡੇ ਬਜ਼ੁਰਗ ਬਿਮਾਰ ਹੋਏ, ਤੁਹਾਡੇ ਸਕੇ ਸੰਬੰਧੀ ਬਿਮਾਰ ਹੋਏ, ਕੀ ਉਹਨਾਂ ਨੇ ਆਪਣਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚੋਂ ਕਰਵਾਇਆ? ਜੇ ਉਹਨਾਂ ਨੇ ਕਰਵਾਇਆ ਤਾਂ ਮਤਲਬ ਇਹ ਵੀ ਸਿਹਤ ਸਹੂਲਤਾਂ 'ਚ ਬਿਹਤਰੀ ਹੈ। ਬਿਲਕੁਲ ਸਹੀ। ਜੇ ਤੁਹਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਤਾਂ ਮਤਲਬ ਇਹ ਵੀ ਸਰਕਾਰੀ ਸਹੂਲਤਾਂ ਬਹੁਤ ਵਧੀਆ ਹੈਗੀਆਂ, ਸਕੂਲਾਂ ਦੇ ਵਿੱਚ ਪੱਧਰ ਬਹੁਤ ਵਧੀਆ। ਆਪ ਜੀ ਜਦੋਂ ਬਿਮਾਰ ਹੁੰਦੇ ਭਜਦੇ ਈਮਸ ਦੇ ਵੱਲ, ਤੇ ਲੋਕਾਂ ਨੂੰ ਕਹਿੰਦੇ ਵੀ ਸਿਵਲ ਹਸਪਤਾਲ ਟਣਾ ਟਣ। ਆਪ ਜੀ ਜਦੋਂ ਬਿਮਾਰ ਹੁੰਦੇ ਜਾਂਦੇ ਫੋਰਟਸ ਦੇ ਵੱਲ, ਤੇ ਲੋਕਾਂ ਨੂੰ ਇਹ ਗੱਲ ਕਹਿੰਦੇ ਵੀ ਸਰਕਾਰੀ ਜਿਹੜੀਆਂ ਸਿਹਤ ਸਹੂਲਤਾਂ ਬਸ ਕਮਾਲਾਂ ਹੋਈਆਂ ਪਈਆਂ। ਆਪ ਜੀ ਦੇ ਬੱਚੇ ਪੜ੍ਹਦੇ ਨਿੱਜੀ ਸਕੂਲਾਂ ਦੇ ਵਿੱਚ, ਤੇ ਲੋਕਾਂ ਨੂੰ ਇਹ ਗੱਲ ਕਹਿੰਦੇ ਵੀ ਸਰਕਾਰੀ ਜਿਹੜੇ ਸਕੂਲ ਆ ਉਹਨਾਂ ਦੀ ਅਸੀਂ ਬਹੁਤ ਵਧੀਆ ਹਾਲਤ ਕਰਤੀ ਆ। ਸੋ ਮਾੜਾ ਮੋਟਾ ਆਪ ਉਦਾਹਰਨ ਪੇਸ਼ ਕਰਗੇ। ਬਾਹਰਲੇ ਮੁਲਕਾਂ 'ਚ ਇਵੇਂ ਆ, ਇਹ ਨਹੀਂ ਵੀ ਭਾਈ ਆਪ ਤਾਂ ਜਾਂਦੇ ਕਿਤੇ ਹੋਰ ਤੇ ਲੋਕਾਂ ਨੂੰ ਕਹਿੰਦੇ ਵੀ ਸਰਕਾਰੀ ਹਸਪਤਾਲ ਆ। ਉਹਨਾਂ ਨੇ ਸੱਚੀ ਮੁੱਚੀ ਸਰਕਾਰੀ ਹਸਪਤਾਲ ਵਧੀਆ ਬਣਾਏ ਆ ਜੀ। ਨਾਲੇ ਮੈਨੂੰ ਤਾਂ ਇਹ ਲੱਗਦਾ ਟਾਣਾ ਸਾਹਿਬ, ਸਰਕਾਰਾਂ ਨੂੰ ਲਾਲਚ ਵਾਸਤੇ ਸਰਕਾਰੀ ਹਸਪਤਾਲ ਵਧੀਆ ਬਣਾ ਦੇਣੇ ਚਾਹੀਦੇ ਨੇ, ਕਿਉਂਕਿ ਲੋਕ ਤੰਦਰੁਸਤ ਰਹਿਣਗੇ ਤਾਂ ਤੁਹਾਨੂੰ ਵੋਟਾਂ ਪਾਉਣਗੇ, ਲੋਕ ਜਿਉਂਦੇ ਰਹਿਣਗੇ ਤਾਂ ਤੁਹਾਨੂੰ ਵੋਟਾਂ ਪਾਉਣਗੇ। ਜੇ ਵੋਟਰ ਨਾ ਰਹੇ, ਵੋਟਾਂ ਨਹੀਂ ਹੋਣਗੀਆਂ, ਵੋਟਾਂ ਨਾ ਹੋਈਆਂ ਤਾਂ ਤੁਸੀਂ ਕੁਰਸੀਆਂ ਤੇ ਨਹੀਂ ਬੈਠ ਸਕੋਗੇ। ਸੋ ਉਸ ਲਾਲਚ ਵਾਸਤੇ ਸਾਰਾ ਕੁਝ ਸੁਧਾਰ ਦਿਓ ਕਿ ਤਾਂ ਜੋ ਲੋਕ ਜਿਹੜੇ ਨੇ ਉਹ ਵੀ ਖੁਸ਼ ਰਹਿਣ, ਤਾਂ ਤੁਸੀਂ ਭਾਈ ਕੁਰਸੀਆਂ ਤੇ ਬੈਠ ਕੇ ਪੰਜਾਬ ਨੂੰ ਇੰਨੇ ਕੁ ਨੂੰ ਤਾਂ ਬਚਾ ਲਓ, ਇੰਨੇ ਕੁ ਪੰਜਾਬ ਨੂੰ ਬਚਾ ਲਓ ਜਿਹਦੇ ਨਾਲ ਤੁਹਾਡੀ ਆਪਣੀ ਰਾਜਨੀਤੀ ਹੀ ਚੱਲਦੀ ਰਹੇ।
ਜੇ ਪੰਜਾਬ ਹੀ ਨਾ ਬਚਿਆ ਤਾਂ ਤੁਹਾਨੂੰ ਕਿਹਨੇ ਪੁੱਛਣਾ, ਬੇਰਾਂ ਬੱਟੇ ਨਹੀਂ ਪੁੱਛਣਾ ਕਿਸੇ ਨੇ। ਬਿਲਕੁਲ ਸਹੀ। ਭਾਵੇਂ ਕੋਈ ਵੀ ਫੰਨੇ ਖਾ ਪੰਜਾਬ ਦੇ ਵਿੱਚ ਬਣਿਆ ਫਿਰਦਾ, ਜਿਹੜੇ ਕੱਲ ਤੱਕ ਕਹਿੰਦੇ ਸੀ ਸਾਨੂੰ ਹਰਾ ਕੋਈ ਨਹੀਂ ਸਕਦਾ, ਲੋਕਾਂ ਨੇ ਉਹ ਮਾਰੇ ਭੜਕਾ ਕੇ ਜੀ, ਤੇ ਜਿਹੜੇ ਅੱਜ ਸਾਰੇ ਜਿੱਤ ਗਏ ਨੇ, ਕੋਈ ਪਤਾ ਨਹੀਂ ਜੇ ਲੋਕ ਪੁਰਾਣਿਆਂ ਨੂੰ ਹਰਾ ਸਕਦੇ ਨੇ ਤਾਂ ਤੁਹਾਨੂੰ ਵੀ ਹਰਾਉਣਾ ਕੋਈ ਸੌਖੀ ਗੱਲ ਨਹੀਂ। ਇਸ ਲਈ ਕੰਮ ਕਰੋ, ਕੰਮ ਬੋਲਣਾ ਚਾਹੀਦਾ ਹੈ। ਲੋਕ ਆਪਣੇ ਆਪ ਸਿਆਣੇ ਨੇ, ਉਹ ਸਭ ਕੁਝ ਆਪਣੇ ਆਪ ਜਾਣਦੇ ਨੇ। ਬਾਕੀ ਆਪਾਂ ਹੁਣ ਚੱਲੀਏ ਟਾਣਾ ਸਾਹਿਬ, ਆਪਾਂ ਚੱਲਦੇ ਆ ਮਾੜਾ ਜਿਹਾ। ਮੈਨੂੰ ਐ ਲੱਗਦਾ ਵੀ ਇੱਕ ਵਾਰੀ ਨਾ ਫੇਰ ਝਲਕਾਰਾ ਜਾ ਆਲੇ ਦੁਆਲੇ ਮਰਵਾ ਦਈਏ, ਆਥਣ ਦਾ ਵੇਲਾ ਸੂਰਜ ਡੁੱਬ ਰਿਹਾ, ਆ ਚਿਮਨੀਆਂ ਜਿਹੜੀਆਂ ਉਹ ਦੇਖੋ ਕਿਵੇਂ ਸਿਰ ਚੱਕੀ ਖੜੀਆਂ ਜੀ, ਠੀਕ ਆ, ਆ ਬੰਦੇ ਕੰਮ ਕਰੀ ਜਾਂਦੇ ਆ, ਉਹ ਕਰੇ ਸੌਰੀ ਮੈਨ ਜੀ 4-5 ਮਿੰਟ ਜੀ। ਤੁਸੀਂ ਵੇਖੋ ਉਹਨਾਂ ਨੇ ਆ ਕੇ ਆਪਾਂ ਨੂੰ ਕਿਹਾ ਵੀ ਸਾਨੂੰ 4-5 ਮਿੰਟ ਦਾ ਸਮਾਂ ਲੱਗੂਗਾ, ਤੇ 10 ਨੇ ਵੀ ਕਿਹਾ ਪੰਜਾਬੀ ਦੇ ਵਿੱਚ ਵੀ 4-5 ਮਿੰਟ ਹੀ ਸਾਨੂੰ ਲੱਗਣੇ, ਰੁਕ ਜਾਓ ਮਾੜਾ ਜਿਹਾ। ਜੀ ਬਿਲਕੁਲ ਸਹੀ। ਟਾਣਾ ਸਾਹਿਬ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ, ਆਪਾਂ ਫਿਰ ਦੁਬਾਰਾ ਤੋਂ ਜ਼ਰੂਰ ਸਾਰਿਆਂ ਨੂੰ ਮਿਲਾਂਗੇ। ਫਿਲਹਾਲ ਪ੍ਰੋਗਰਾਮ ਨੂੰ ਇੱਥੇ ਸਮੇਟੀਏ, ਬਿਲਕੁਲ ਅਸੀਂ ਚੱਲਦੇ ਹਾਂ ਜੀ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤੇ ਪਹੁੰਚਾਇਓ, ਫਿਰ ਮਿਲਾਂਗੇ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।